Now jestem się zalekłeś którego ਵਿੱਚ ਅੱਜ ਫਿਰ ਉਹਨੇ ਤੁਹਾਡੇ ਆਪਣਾ ਮਤਲਬ ਜਿਹੜਾ ਲੈ ਆਂਦਾ ਮਤਲਬ ਬਲਵਾਨ ਕਿ ਸੀ ਉਹ ਬਾਪ ਦੇ ਧੀਆਂ ਪੁੱਤਾਂ ਤੇ ਉਹਦਾ ਅੱਜ ਅਸੀਂ ਦੇਖਣਾ ਹੈ ਪੈਦਾਇਸ਼ ਦੇ ਅਸੀਂ 11 ਚੈਪਟਰ ਤੇ ਪਹੁੰਚ ਗਏ ਹਾਂ ਇੱਕ ਇਕੱਲਾ 2-11 ਨਾ ਕਹਿੰਦੇ ਹੁੰਦੇ ਨਾ पर आज असी देखना है बाबुल ते बुरज ते शिव दा कहाना ना तो कल तक असी ये देख लिया सीगा कि धरती मुड़ के वस गई आ ते खुदा ने अपने कर लिया है पिंग दा जेड़ा नेम बन लिया है ते घराने जेड़े ना ओदे पुत्रां दे 3 अलग-अलग थावां ते ओह चले गए डिफरेंट थावां ते एशिया च अफ्रीका दे विच ते यूरोप च असी देखिया सी आज असी देखते हैं अगे बाबुल दा बुरज सारी धरती उत्ते इक्को ही बोली ते इक्को ही भाषा सी ਇਹ ਹੋਇਆ ਕਿ ਪੂਰਵ ਜਾਂਦੇ ਹੋਏ ਨੂੰ ਉਹਨਾਂ ਇੱਕ ਮੈਦਾਨ ਸਿਨਾਰ ਦੇਸ਼ ਲੱਭਿਆ ਤੇ ਉੱਥੇ ਹੀ ਵਸ ਗਏ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਕਿਹਾ ਆਓ ਅਸੀਂ ਇੱਟਾਂ ਬਣਾਈਏ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਈਏ ਤੇ ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਤੇ ਚੂਨੇ ਦੀ ਥਾਂ ਗਾਰਾ ਸੀ ਤੇ ਉਹਨਾਂ ਨੇ ਕਿਹਾ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਤੇ ਇੱਕ ਬੁਰਜ ਤਿਆਰ ਕਰੀਏ ਤੇ ਇਸ ਦੀ ਜਿਸ ਦੀ ਟੀਸੀ ਆਕਾਸ਼ ਤੱਕ ਹੋਵੇ ਔਰ ਆਪਣੇ ਲਈ ਇੱਕ ਨਾਮ ਕੱਢੀਏ ਜੇ ਨਾ ਹੋਵੇ ਕਿਸੇ ਧਰਤੀ ਤੇ ਸਾਰੀ ਤੇ ਹੀ ਖਿੰਡ ਜਾਈਏ ਤੇ ਜੋ ਉਸ ਸ਼ਹਿਰ ਔਰ ਬੁਰਜ ਨੂੰ ਜਿਹਨੂੰ ਆਦਮ ਵੰਸ਼ ਨੇ ਬਣਾਇਆ ਸੀ ਵੇਖਣ ਲਈ ਉਤਰਿਆ ਤੇ ਜੋ ਉਹਨੇ ਆਖਿਆ ਇਹ ਕੀ ਕਰਦੇ ਹਨ ਵੇਖੋ ਇਹ ਲੋਕ ਇੱਕ ਹਨ ਇਹਨਾਂ ਸਭਨਾਂ ਦੀ ਬੋਲੀ ਵੀ ਇੱਕ ਹੈ ਪਰ ਇਹ ਕਰਨ ਕੀ ਲੱਗ ਗਿਆ ਜੋ ਕੁਝ ਉਹਨਾਂ ਦੇ ਕਾਰਨ ਭਾਵਨੀ ਹੋਵੇਗੀ ਤੇ ਹੁਣ ਇਹ ਤੇ ਉਹ ਕਰ ਲੈਣਗੇ ਇਹਨਾਂ ਅੱਗੇ ਅਟਕੇਗਾ ਨਹੀਂ ਆਓ ਅਸੀਂ ਉਤਰੀਏ फिर इत्थे सानू मतलब प्रूल जेड़ा ना मतलब एक तो ज्यादा मिलदा आओ ਅਸੀਂ ਉਤਰੀਏ ਤੇ ਇੱਥੇ ਉਹਨਾਂ ਦੀ ਬੋਲੀ ਨੂੰ ਉਲਟ-ਪੁਲਟ ਕਰ ਦਈਏ ਵੀ ਇੱਕ ਦੂਜੇ ਦੀ ਬੋਲੀ ਨਾ ਸਮਝਣ ਤਾਂ ਜੋ ਉਹਨੇ ਉਹਨਾਂ ਨੂੰ ਉਥੋਂ ਸਾਰੀ ਧਰਤੀ ਤੇ ਖੰਡਾ ਦਿੱਤਾ ਸੋ ਉਹਦੇ ਸ਼ਹਿਰ ਬਣਾਉਣ ਤੋਂ ਉਹ ਹਟ ਗਏ ਇਸ ਕਾਰਨ ਉਹਨਾਂ ਨੇ ਉਸ ਸ਼ਹਿਰ ਦਾ ਨਾਮ ਬਾਬਲ ਰੱਖਿਆ ਕਿਉਂਕਿ ਉੱਥੇ ਜੋ ਉਹਨੇ ਸਾਰੀ ਧਰਤੀ ਦੀ ਬੋਲੀ ਉਲਟ-ਪੁਲਟ ਕਰ ਦਿੱਤੀ ਸੀ और उतो जो है उन्होंने सारी धरती ते खुंडा दिता ये शेम दी कुलपत्री है शेम 100 वरियां दा सी उस तो पिछों अरपश्त परलो दे 2 वरियां ते पिछों जम्या ते शेम अरपश्त जन्म तो मगरों 500 वरियां तक जिंदा रहा उस तो भी पुत्र धीआं होर जम्मे जदों अरपश्त जीवन 35 वरियां दा होया तां उस तो शला जन्मया ਤੇ ਅਰਕਸ਼ਤ ਸ਼ਲਾ ਦੇ ਜਨਮ ਦੇ 403 और पुत्र से जन्मे जब शला से बड़ा होया था ईथर जन्मे शला एबर ਦੇ ਜਨਮ ਦੇ ਪਿੱਛੋਂ ਵੀ 403 ਸਾਲਾਂ ਤੱਕ ਜਿਉਂਦਾ ਰਿਹਾ ਤੇ ਉਸ ਤੋਂ ਵੀ ਕਈ ਪੁੱਤਰ ਤੇ ਜਨਮੇ ਇਹ ਏਬਰ 34 ਵਰਿਆਂ ਦਾ ਹੋਇਆ ਤਾਂ ਉਸ ਤੋਂ ਪਲਗ ਜੰਮਿਆ एबर पलग दे जन्म के पिछों 430 साल तक जिंदा रहा और उस तो भी पुत्र धीआं जन्मे जदों पलग 30 वरियां दा होया तां रहू जम्मिया ते पलग रहू दे जन्म दे पिछों 209 वरियां तक जिंदा रहा ते उस तो भी धीआं पुत्र जन्मे रहू 32 वरियां दा होया तां उस तो सरूग जन्मिया रहू सरूग दे जन्म दे पिछों 207 वरियां तक जिंदा रहा ते उस तो भी पुत्र धीआं जन्मे जब सरूग 30 वरियां दा होया उस तो नाहौर जन्मिया सरूग नाहौर के जन्म के पिछों 200 वरियां तक जिंदा रहा और उस तो भी पुत्र धीआं जन्मे जब लाहौर 29 वरियां दा होया तो उस तो तारा जन्मे लाहौर तारे के जन्म के पिछों 119 वरियां तक जिंदा रहा और उस तो पुत्र धीआं जन्मे तारा 17 वरियां दा होया तो अब्राहम और नाहौर और फिरौन जन्मे ये तारा दी कुलपत्री है तारा तो अब्राहम और नाहौर हरान तो लूत जन्मिया और हरान अपने पिता तारा दे अगे अपनी जन्म भूमि विच अर्थात कसदियां दे ऊर विच मर गया अब्राहम और नाहौर ने अपने लिए औरतां कीतियां अब्राहम दी पत्नी दा नाम सराई और नाहौर दी पत्नी दा नाम मिल्का सी जेड़ी कि हरान दी धी सी जो मिल्का और जिसका दा पिता नहीं सी पर सराई बांझ सी उसका कोई बाल बच्चा नहीं सी तारा अपने पुत्र अब्राहम दी पत्नी ਨੂੰ ਲੈ ਕੇ ਉਸ ਦਾ ਉਹਨਾਂ ਦੇ ਨਾਲ ਕਸਦੀਮ ਦੇ ਊਰ ਤੋਂ ਕਨਾਨ ਦੇ ਦੇਸ਼ ਨੂੰ ਜਾਣ ਲਈ ਨਿਕਲਿਆ ਅਤੇ ਉਹ ਹਰਾਨ ਵਿੱਚ ਆਏ ਔਰ ਉੱਥੇ ਹੀ ਵਸ ਗਏ ਤਾਰਾ ਦੀ ਉਮਰ 250 ਵਰਿਆਂ ਦੀ ਸੀ ਜਦ ਉਹ
ਤਾਰਾ ਹੈਰਾਨਗੀ ਚ ਮਰ ਗਿਆ। ਅਸੀਂ ਇਹ ਬੜਾ ਹੀ ਇੰਟਰਸਟਿੰਗ ਤਰੀਕੇ ਦੇ ਨਾਲ ਨਾ ਦੇਖ ਲਿਆ ਆ। ਮਤਲਬ ਬਾਬਲ ਦਾ ਬੁਰਜ ਜਿਹੜਾ ਆ ਉਹ ਵੀ ਅਸੀਂ ਦੇਖ ਲਿਆ ਕਿ ਬਣਨਾ ਸ਼ੁਰੂ ਹੋ ਗਿਆ, ਗੋਲੀਆਂ ਖਿੰਡ ਪਿੰਡ ਪੁੱਟ ਗਈਆਂ ਆ। ਅਸੀਂ ਇਹਦੇ ਵਿੱਚ ਦੇਖਿਆ ਮਤਲਬ ਅਸੀਂ ਇੱਥੇ ਵੀ ਫਿਰ ਵੀ ਆਪਾਂ ਜਿੱਦਾਂ ਮਤਲਬ ਦੇਖਦੇ ਨੇ ਅਸੀਂ ਜੀਨੀਓਲੋਜੀ ਜਿਹੜੀ ਹੈ ਨਾ ਉਹ ਦੇਖੀ ਆ ਕਿ ਸਾਨੂੰ ਨਜ਼ਰ ਆਉਂਦੀ ਆ ਸਾਰਿਆਂ ਦੀ। ਤੇ ਮੈਂ ਨੋਆ ਦੇ ਪੁੱਤਰਾਂ ਦੀ ਜੀਨੀਓਲੋਜੀ ਇਸ ਵਿੱਚ ਫਿਰ ਦੇਖੀ ਆ। ਇਸ ਚੈਪਟਰ ਸਾਨੂੰ ਇਹ ਦੱਸ ਦਿੰਦਾ ਹੈ ਕਿ ਮਤਲਬ ਜਿਹੜੀਆਂ ਨੇਸ਼ਨਸ ਹੈਗੀਆਂ ਆ ਮਤਲਬ ਕੌਮਾਂ ਉਹ ਕਿਸ ਤਰ੍ਹਾਂ ਉਲਟ ਪੁਲਟ ਗਈਆਂ। ਮਤਲਬ ਜਦੋਂ ਜਿਹੜੇ ਸਾਨੂੰ ਪਹਿਲੇ ਆਇਤ ਵਿੱਚ ਲੱਭੀ ਆ ਉਹਨਾਂ ਦੀ ਜੀਨੀਓਲੋਜੀ, ਫਿਰ ਸਾਨੂੰ ਜੇਫਤ ਦੇ ਪੁੱਤਰਾਂ ਦੀ ਜਿਹੜੀ ਡਿਸੈਂਡੈਂਟ ਮਤਲਬ ਉਹਦੇ ਬੱਚੇ ਆ ਉਹ ਸਾਨੂੰ ਦੇਖਿਆ ਕਿ ਉਹ ਕਿਸ ਤਰ੍ਹਾਂ ਸਾਨੂੰ ਲੱਭਿਆ। ਅਸੀਂ ਬਾਅਦ ਵਿੱਚ ਦੇਖਿਆ ਆ ਕਿ ਉਹਨਾਂ ਦੀ ਜੀਨੀਓਲੋਜੀ ਜਿਹੜੀ ਅਫਰੀਕਾ ਤੇ ਮਿਡਲ ਈਸਟ ਦੇ ਵਿੱਚ ਵੀ ਸਾਨੂੰ ਨਜ਼ਰ ਆਈ ਆ ਨਾ। ਮਤਲਬ ਬਾਈਬਲ ਇਹ ਸਾਮ 105 ਦੀ 23ਵੀਂ ਤੇ 23ਵੀਂ ਤੋਂ ਲੈ ਕੇ 27ਵੀਂ ਤੱਕ ਵੀ ਬਿਆਨ ਕਰਦੀ ਆ। ਜਿਹੜਾ ਹੈਗਾ ਐਕਚੁਅਲੀ ਕਿ ਅਸੀਂ ਦੇਖਿਆ ਇੱਥੇ ਬੁਰਜ ਹਨਾ, ਜਦੋਂ ਉਹ ਮਤਲਬ ਇਨਸਾਨ ਨੇ ਬਣਾਉਣਾ ਸ਼ੁਰੂ ਕੀਤਾ ਆ ਤੇ ਅਸੀਂ ਦੇਖਿਆ ਕਿ ਉਹ ਕੁਛ ਵੀ ਕਰਨ ਵਾਲੀ ਗੱਲ ਹੋ ਗਈ। ਜਿੱਦਾਂ ਨਹੀਂ ਇੱਥੇ ਅਸੀਂ ਮਤਲਬ ਯਿਸੂ ਕੁਝ ਵੀ ਕਰ ਸਕਦਾ, ਇੱਥੇ ਅਸੀਂ ਇਹ ਦੇਖਿਆ ਕਿ ਲੋਕੀ ਜਦੋਂ ਇਕੱਠੇ ਹੋ ਕੇ ਇੱਕ ਥਾਂ ਇੱਕ ਜਿੱਦਾਂ ਨੇ ਇੱਕ ਸਰਬ ਵਿਆਪਕ ਦੀ ਜੋਤ ਦੇ ਵਾਂਗੂ ਕੁਛ ਇਕੱਠਾ ਹੋ ਕੇ ਕਰਨਾ ਸ਼ੁਰੂ ਹੋ ਜਾਂਦੇ ਤੇ ਉਹਨਾਂ ਅੱਗੇ ਵੀ ਕੁਛ ਨਹੀਂ ਟਿਕਦਾ। ਇੱਥੇ ਲੋਕਾਂ ਨੇ ਬਾਬਲ ਦਾ ਬੁਰਜ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਖੁਦਾ ਨੇ ਦੇਖਿਆ ਕਿ ਇਹ ਨਾ ਹੋਵੇ ਕਿ ਇਹ ਮਤਲਬ ਹੁਣ ਜੋ ਵੀ ਚਾਹੋ ਕਰ ਸਕਣ, ਭਾਵ ਕਿ ਜਿਸ ਤਰ੍ਹਾਂ ਜੀਵਨ ਦਾ ਬਿਰਸ਼ ਦੇ ਵਿੱਚੋਂ ਮਤਲਬ ਭਲੇ ਬੁਰੇ ਦੇ ਬਿਰਸ਼ ਤੋਂ ਲੈ ਕੇ ਖਾ ਲਿਆ ਸੀ ਈਵ ਨੇ, ਤੇ ਜੀਵਨ ਦਾ ਬਿਰਸ਼ ਜਿਹੜਾ ਉਹ ਖਾਣ ਤੋਂ ਮਨਾ ਕੀਤਾ ਗਿਆ ਕਿਉਂਕਿ ਫਿਰ ਭਲਾ ਬੁਰੇ ਦੇ ਵਿੱਚੋਂ ਜਿਹੜਾ ਗੁਨਾਹ ਹੈ ਉਹ ਸਦਾ ਲਈ ਜੀਵਤ ਰਹਿ ਜਾਣਾ ਸੀ। ਜੇ ਫਰਜ਼ ਕੀਤਾ ਉਹ ਜ਼ਿੰਦਗੀ ਦੇ ਬਿਰਸ਼ ਤੋਂ ਵੀ ਖਾ ਲੈਂਦੇ ਤੇ ਉਹਦਾ ਵੀ ਕੋਈ ਕਿਨਾਰਾ ਆਬਵੀਅਸਲੀ ਖੁਦਾ ਨੇ ਬਾਅਦ ਚ ਆ ਕੇ ਉਹਦਾ ਨਿਪਟਾਰਾ ਕੀਤਾ। ਸੋ ਉਹਨਾਂ ਨੇ ਮਨਾ ਕੀਤਾ। ਇੱਥੇ ਵੀ ਖੁਦਾ ਉਹਨਾਂ ਨੂੰ ਇਸ ਕਰਕੇ ਰੋਕ ਰਿਹਾ ਕਿ ਉਹਨਾਂ ਦੇ ਅੰਦਰ ਅਜੇ ਵੀ ਜਿਸ ਤਰ੍ਹਾਂ ਉਹਨਾਂ ਫਰਜ਼ ਕੀਤਾ ਛੋਟੇ ਜਿਹੇ ਬੱਚਿਆਂ ਨੂੰ ਤੁਸੀਂ ਕਦੇ ਘਰ ਬਣਾਉਂਦੇ ਦੇਖੋ। ਮੈਂ ਤੇ ਦੇਖਿਆ ਜਦੋਂ ਪਾਕਿਸਤਾਨ ਚ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਮੈਂ ਉੱਪਰ ਜਦੋਂ ਮੇਰੇ ਕੋਲ ਆਉਂਦੇ ਸੀ ਤੇ ਉਹ ਨਾ ਛੋਟੀਆਂ ਜਿਹੜੀਆਂ ਹੁੰਦੀਆਂ ਸੀ ਗੱਦੀਆਂ ਉਹਨਾਂ ਨੂੰ ਲੈ ਕੇ ਸਾਡੇ ਜਿਹੜੇ ਚਰਚ ਹੁੰਦੇ ਉਹਨਾਂ ਨੂੰ ਲੈ ਕੇ ਉਹਨਾਂ ਦਾ ਘਰ ਬਣਾ ਦਿੰਦੇ ਸੀ ਸਾਰੇ। ਮੈਂ ਵੀ ਨਾਲ ਹੀ ਉਹਨਾਂ ਦੀ ਹੁੰਦੀ ਸੀ ਤੇ ਉਹ ਬੜੀ ਜਲਦੀ ਖੁਸ਼ ਹੁੰਦੇ ਸੀ ਉੱਥੇ ਸਾਰਾ ਕੁਛ ਕਰਕੇ। ਉਹ ਜੇ ਨਿੱਕੇ ਬੱਚਿਆਂ ਦੀ ਮੈਂ ਗੱਲ ਕਰ ਰਹੀ ਹਾਂ 2-2 ਸਾਲ ਦੀ। ਪਰ ਜੇ ਫਰਜ਼ ਕੀਤਾ ਹੁਣ ਜਿਹੜੇ ਲੋਕੀ ਮਤਲਬ 45-40 ਸਾਲਾਂ ਦੇ ਉਹਨਾਂ ਦੀ ਭਰਪੂਰ ਜਵਾਨੀ ਤੇ ਆ ਤੇ ਉਹ ਕਹਿਣ ਕੇ ਸਾਰੇ ਇਕੱਠੇ ਹੋ ਕੇ ਸਿਆਹ ਕਰਨ ਲੱਗੇ ਤੇ ਵਾਕਈ ਉਹ ਉਹਨਾਂ ਨੂੰ ਅਗਰ ਕੋਈ ਡਿਸਟਰੈਕਟ ਮਤਲਬ ਤੁਸੀਂ ਡਿਸਟਰੈਕਟ ਨਾ ਕਰੋ ਤੇ ਕੁਛ ਵੀ ਕਰ ਤੇ ਖੁਦਾ ਨੇ ਆਪ ਡਿਸਟਰੈਕਟ ਕੀਤਾ। ਦੇਖੋ ਉਹਨਾਂ ਨੂੰ ਕਈ ਵਾਰ ਕੀ ਹੁੰਦਾ ਕਿ ਜਿਹੜੀ ਚੀਜ਼ ਸਾਨੂੰ ਠੀਕ ਲੱਗਦੀ ਹੁੰਦੀ ਆ ਉਹ ਹਮੇਸ਼ਾ ਲਈ ਸਾਰਿਆਂ ਲਈ ਠੀਕ ਨਹੀਂ ਹੁੰਦੀ। ਇਸ ਕਰਕੇ ਉਹਦਾ ਡਿਸਟਰੈਕਟ ਹੋਣਾ ਹੀ ਠੀਕ ਹੁੰਦਾ ਖੁਦਾ ਵੱਲੋਂ ਹਨਾ, ਖੁਦਾ ਦੀ ਮਰਜ਼ੀ ਦੇ ਮੁਤਾਬਿਕ। ਫਿਰ ਅਸੀਂ ਤੇ ਦੇਖਿਆ ਕਿ ਅਬਰਾਮ ਮਤਲਬ ਜਿਹੜੀ ਉਹਦੀ ਸ਼ੁਰੂਆਤ ਅਸੀਂ ਉਹਦੀ ਇਹਦੇ ਹਿਸਟਰੀ ਦੇਖੀ ਹੈ ਕਿ ਤਾਰਾ ਮਤਲਬ ਉਹਦਾ ਪਿਓ, ਫਿਰ ਹਾਰਾਨ ਅਸੀਂ ਦੇਖਿਆ ਕਿ ਮਤਲਬ ਅਸੀਂ ਸਾਰਾ ਦੀ ਈਵਨ ਬਾਂਝਪਣ ਨੂੰ ਵੀ ਦੇਖਿਆ ਕਿ ਉਹ ਬਾਂਝ ਸੀ। ਅਸੀਂ ਦੇਖਿਆ ਕਿ ਉਹ ਮਤਲਬ ਉਹਨੂੰ ਲੈ ਕੇ ਉਹਦਾ ਜਿਹੜਾ ਪਿਓ ਆ ਉਹ ਉਹਨਾਂ ਨੂੰ ਲੈ ਕੇ ਚਲਾ ਗਿਆ ਸੀ। ਇਹ ਵੀ ਇਹਦੇ ਚ ਦੇਖਿਆ ਕਿ ਉਹਦਾ ਪਿਓ ਜਿਹੜਾ ਨਾ ਉਹਨਾਂ ਨੂੰ ਲੈ ਕੇ ਉਹ ਚਲਾ ਗਿਆ ਸੀ। ਕਸਦੀਮ ਦੇ ਊਰ ਤੋਂ ਕਨਾਨ ਦੇਸ਼ ਨੂੰ ਜਾਣ ਲਈ ਨਿਕਲਿਆ ਤੇ ਉਹ ਹਰਾਨ ਵਿੱਚ ਆਏ ਤੇ ਉੱਥੇ ਵਸ ਗਏ। ਮਤਲਬ ਤਾਰਾ ਉਹ ਜਿਹੜਾ ਉਹਦਾ ਪਿਓ ਉਹਨੂੰ ਨਾਲ ਲੈ ਕੇ ਜਾਂਦਾ ਹਨਾ। ਅਸੀਂ ਇਹਦੀ ਜ਼ਿੰਦਗੀ ਅਸੀਂ ਕਿਉਂਕਿ ਜਿਹੜਾ ਆਬਵੀਅਸਲੀ ਸਾਨੂੰ ਪਤਾ ਹੈ ਕਿ ਅਬਰਾਹਮ ਜਿਹੜਾ ਹੈ ਉਹ ਨਿਸ਼ਚੈ ਦਾ ਸੂਰਬੀਰ ਹੋਇਆ ਜਿਹਨੂੰ ਇਮਾਨ ਦਾ ਪਿਤਾ ਵੀ ਕਿਹਾ ਜਾਂਦਾ। ਅਸੀਂ ਹੀਬਰੂ ਇਬਰਾਨੀਆਂ ਜਿਹਨੂੰ ਕਹਿੰਦੇ ਉਹਦੇ 10ਵੇਂ ਚੈਪਟਰ ਦੀ 38ਵੀਂ ਆਇਤ ਦੇ ਵਿੱਚ ਇਹਨੂੰ ਪੜ੍ਹ ਸਕਦੇ ਹਾਂ ਪੂਰੀ ਤਰ੍ਹਾਂ ਨਾਲ। ਇਸ ਕਰਕੇ ਮੈਂ ਤੁਹਾਨੂੰ ਇਹ ਮਤਲਬ ਇਹ ਹੋਮਵਰਕ ਹੀ ਦਿੱਤਾ ਇੱਕ ਤਰ੍ਹਾਂ ਨਾਲ ਕਿ ਤੁਸੀਂ ਇਹਨੂੰ ਜ਼ਰੂਰ ਇਬਰਾਨੀਆਂ ਉਹਦੇ 10ਵੇਂ ਚੈਪਟਰ ਦੀ 38ਵੀਂ ਆਇਤ ਦੇ ਵਿੱਚ ਤੁਸੀਂ ਇਹਨੂੰ ਪੜ੍ਹਨਾ ਹੈ, ਠੀਕ ਹੈ। ਇਸ ਤੋਂ ਅੱਗੋਂ ਹੁਣ ਅਸੀਂ ਹਮੇਸ਼ਾ ਦੀ ਤਰ੍ਹਾਂ ਕੀ ਕਰ ਰਹੇ ਹਾਂ, ਜਾ ਰਹੇ ਹਾਂ ਅਸੀਂ ਮੈਥਿਊ 11 ਚੈਪਟਰ ਨੂੰ ਦੇਖਣ। ਫਿਰ ਅਸੀਂ ਉਹਦਾ ਵੀ ਤੁਹਾਡੇ ਨਾਲ ਉਹਦਾ ਜਿਹੜਾ ਹੈ ਨਾ ਉਹ ਜ਼ਰੂਰ ਐਕਸਪਲੇਨੇਸ਼ਨ ਜਿਹੜੀ ਉਹ ਕਰਾਂਗੇ। ਵੈਸੇ ਤਾਂ ਕਲਾਮ ਜਿਹੜਾ ਨਾ ਉਹ ਐਕਚੁਅਲੀ ਕਿਸੇ ਦੀ ਵੀ ਐਕਸਪਲੇਨੇਸ਼ਨ ਦਾ ਮੁਹਤਾਜ ਨਹੀਂ ਆ ਕਿਉਂਕਿ ਪਰ ਅਗਰ ਅਸੀਂ ਕਰਦੇ ਹਾਂ ਤੇ ਅਸੀਂ ਪਾਕਰੂ ਦੀ ਅਗਵਾਈ ਦੇ ਹੇਠ ਹੀ ਕਰਦੇ ਹਾਂ। ਕਿਉਂਕਿ ਕਈ ਵਾਰੀ ਹੈਗੇ ਕਿ ਸ਼ੈਤਾਨ ਲੋਕਾਂ ਨੂੰ ਇਹ ਕਹਿ ਕੇ ਭਟਕਾ ਲੈਂਦਾ ਹੈ ਕਿ ਆਹ ਕੀ ਹੋਇਆ ਇੱਥੇ ਕੀ ਹੋਈ ਜਾਂਦਾ।
ਫਿਰ ਕੀ ਹੈ ਕਿ ਫਿਰ ਪਾਖਰੂ ਨਾ ਆਪਣੇ ਹਾਲਾਂ ਨੂੰ ਅਗਵਾਈ ਕਰਦਾ ਹੈ ਕਿ ਤੁਸੀਂ ਮਤਲਬ ਇਹਨੂੰ ਅੱਛੇ ਤਰੀਕੇ ਨਾਲ ਥੋੜਾ ਜਿਹਾ ਹੋਰ ਸਿੰਪਲੀਫਾਈ ਕਰਕੇ ਬਿਆਨ ਕਰੋ ਤਾਂ ਕੋਈ ਨੁਕਸਾਨ ਨਹੀਂ। ਅਸੀਂ ਦੇਖਦੇ ਹਾਂ ਮੈਥਿਊ 11ਵੇਂ ਚੈਪਟਰ ਦੀ ਜਿਹੜੀ ਹੈਗੀ ਆ ਪਹਿਲੀ ਆਇਤ ਤੋਂ ਸ਼ੁਰੂ ਕਰਨ ਲੱਗੇ ਆ। ਇੱਥੇ ਐਕਚੁਅਲੀ ਪ੍ਰੇਜ਼ ਕਰ ਰਿਹਾ ਖੁਦਾਵੰਦ ਦਾ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਖੁਦਾ ਕ੍ਰੈਡਿਟ ਜਿਹੜਾ ਨਾ ਉਹ ਦੇਣ ਤੋਂ ਨਹੀਂ ਟਾਲਦਾ, ਉਹ ਦਿਲ ਖੋਲ ਕੇ ਕ੍ਰੈਡਿਟ ਦਿੰਦਾ, ਭਾਵ ਦਿਲ ਖੋਲ ਕੇ ਉਹ ਵਾਹ ਦਿੰਦਾ ਹੈ ਨਾ। ਮਤਲਬ ਦਾਦ ਆਪਾਂ ਉਹਨੂੰ ਕਹਿੰਦੇ ਆ, ਮੈਂ ਭੁੱਲ ਗਈ ਸੀ ਲਫ਼ਜ਼, ਯਹੂਨਾ ਲਈ ਉਸਤਤ ਹਨਾ। ਯਹੂਨਾ ਇਹ ਗੱਲ ਹੋ ਰਹੀ ਆ ਬੈਪਟਿਸਟ ਦੀ, ਜਿਹਨੇ ਖੁਦਾਵੰਦ ਯਿਸੂ ਮਸੀਹ ਲਈ ਰਾਹ ਤਿਆਰ ਕੀਤਾ, ਜਿਹਨੂੰ ਬਪਤਿਸਮਾ ਵੀ ਦਿੱਤਾ। ਇਉਂ ਹੋਇਆ ਕਿ ਯਿਸੂ ਆਪਣੇ 12 ਚੇਲਿਆਂ ਨੂੰ ਆਗਿਆ ਦੇ ਹਟਿਆ। ਇਉਂ ਹੋਇਆ ਕਿ ਜਦੋਂ ਯਿਸੂ ਆਪਣੇ 12 ਚੇਲਿਆਂ ਨੂੰ ਆਗਿਆ ਦੇ ਹਟਿਆ ਤਾਂ ਉੱਥੋਂ ਉਹਨਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਤੇ ਪ੍ਰਚਾਰ ਕਰਨ ਚੱਲ ਪੈ ਗਿਆ। ਯਹੂਨਾ ਦੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਨੂੰ ਸੁਣ ਕੇ ਉਹਨੇ ਆਪਣੇ ਚੇਲਿਆਂ ਦੇ ਰਾਹੀਂ ਉਹਨੂੰ ਆਖ ਘੱਲਿਆ ਕਿ ਜਿਹੜਾ ਆਉਣ ਵਾਲਾ ਸੀ ਤੂੰ ਉਹੀ ਹੈ ਜੇ ਕਿਸੇ ਹੋਰ ਨੂੰ ਉਡੀਕੀਏ। ਇੱਥੇ ਆਪਾਂ ਦੇਖਦੇ ਹਾਂ ਕਿ ਖੁਦਾਵੰਦ ਆਪਣੀ ਚਾਲੇ ਚੱਲੀ ਜਾ ਰਿਹਾ, ਆਪਣਾ ਕੰਮ ਕਰੀ ਜਾ ਰਿਹਾ ਨਾ, ਉਪਦੇਸ਼ ਦੇਈ ਜਾ ਰਹੇ, ਜਿਹੜੇ ਚੇਲੇ ਉਹਨਾਂ ਦੇ ਨਾਲ ਤੁਰਦੇ ਉਹਨਾਂ ਨੂੰ ਨਾਲ ਲੈ ਕੇ ਤੁਰੀ ਜਾ ਰਹੇ। ਤੇ ਇੱਥੇ ਦੇਖਿਆ ਕਿ ਯਹੂਨਾ ਨੂੰ ਕੈਦਖਾਨੇ 'ਚ, ਕਿਉਂਕਿ ਉਹਨੂੰ ਹੈਰੋਦੇਸ ਨੇ ਮਤਲਬ ਉਹਨੇ ਕੀ ਕੀਤਾ ਆਪਣੇ ਕੈਦ 'ਚ ਰੱਖ ਲਿਆ ਹੈ, ਕਿਉਂਕਿ ਉਹਦੀ ਪਤਨੀ ਨੂੰ ਤੇ ਉਹਦੀ ਜਿਹੜੀ ਪਤਨੀ ਦੀ ਪਹਿਲੀ ਧੀ ਪਤਨੀ ਨੂੰ ਉਹਦੇ ਤੇ ਗੁੱਸਾ ਸੀ, ਕਿਉਂਕਿ ਉਹਨੇ ਉਹਨੂੰ ਕਹਿ ਦਿੱਤਾ ਕਿ ਕਿਉਂ ਤੂੰ ਆਪਣੇ ਭਰਾ ਦੀ ਔਰਤ ਨੂੰ ਰੱਖਿਆ। ਅਸੀਂ ਕੱਲ ਵੀ ਇਹਦੀ ਗੱਲ ਕੀਤੀ ਸੀ ਕਿ ਜਿਹੜਾ ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚੋਂ ਬਾਹਰ ਨਿਕਲ ਕੇ ਕੋਈ ਵੀ ਜਿਹੜਾ ਰਿਸ਼ਤਾ ਕਰਨਾ ਉਹਦੀ ਬੜੀ ਵੱਡੀ ਸਜ਼ਾ ਹੁੰਦੀ ਸੀ, ਤੇ ਜਿਹੜਾ ਫਿਰ ਸਜ਼ਾ ਨਹੀਂ ਸੀ ਚਾਹੁੰਦਾ ਉਹ ਫਿਰ ਪਹਿਲੇ ਜਿਹਨਾਂ ਨੂੰ ਪਤਾ ਹੋਵੇ ਉਹਨਾਂ ਨੂੰ ਮਾਰ ਮੁਕਾਉਣ ਤੱਕ ਜਾਂਦਾ ਸੀ। ਇੱਥੇ ਸਾਨੂੰ ਇਹਦਾ ਖਾਸ ਨਮੂਨਾ ਨਜ਼ਰ ਆਉਂਦਾ। ਅਸੀਂ ਅੱਜ ਦੀ ਦੁਨੀਆ 'ਚ ਵੀ ਬਹੁਤ ਕੁਝ ਦੇਖਦੇ ਹਨਾ। ਤੇ ਜਦੋਂ ਉਹਨੂੰ ਕੈਦਖਾਨੇ ਦੇ ਵਿੱਚ, ਕਿਉਂਕਿ ਉਹਨੂੰ ਕੈਦ ਕਰਵਾ ਲਿਆ ਸੀ, ਉਹਨੇ ਇਹ ਖਬਰ ਮਿਲੀ ਕਿ ਬੜੇ ਕੰਮ ਹੋ ਰਹੇ ਆ, ਅੰਨੇ ਠੀਕ ਹੋ ਰਹੇ, ਦੇਖ ਪਾ ਰਹੇ ਆ, ਲੰਗੜੇ ਜਿਹੜੇ ਸਿੱਧੇ ਹੋ ਕੇ ਤੁਰ ਪਾ ਰਹੇ ਆ, ਬੁੱਢੇ ਜਿਹੜੇ ਉਹ ਠੀਕ ਹੋ ਗਈ। ਤੇ ਉਹਨੇ ਉਹਨੂੰ ਕੀ ਸੁਨੇਹਾ ਘੱਲਿਆ, ਕਹਿੰਦਾ ਜਿਹੜਾ ਆਉਣ ਵਾਲਾ ਸੀ ਤੂੰ ਉਹੀ ਆ ਜਾਂ ਕਿਸੇ ਹੋਰ ਨੂੰ ਉਡੀਕੀਏ। ਯਿਸੂ ਨੇ ਉਹਨਾਂ ਨੂੰ ਉੱਤਰ ਦੇ ਕੇ ਕਿਹਾ, ਜੋ ਕੁਝ ਤੁਸੀਂ ਸੁਣਦੇ ਤੇ ਵੇਖਦੇ ਹੋ ਉਹਨਾਂ ਨੂੰ ਜਾ ਕੇ ਦੱਸੋ ਕਿ ਅੰਨੇ ਸੁਜਾਖੇ ਹੁੰਦੇ ਆ, ਲੰਗੇ ਤੁਰਦੇ ਆ, ਕੋਹੜੇ ਸ਼ੁੱਧ ਕੀਤੇ ਜਾਂਦੇ, ਬੋਲੇ ਸੁਣਦੇ ਤੇ ਮੁਰਦੇ ਜਿਉਂਦੇ ਉਠਾਏ ਜਾਂਦੇ ਆ, ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ। ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ। ਗੱਲ ਅਸੀਂ ਇੱਥੇ ਠੋਕਰ ਤੇ ਆ ਗਈ ਨਾ, ਵੀ ਜਦੋਂ ਆਪਾਂ ਠੋਕਰ ਦੀ ਗੱਲ ਵੀ ਕਰਾਂਗੇ ਪਹਿਲਾਂ ਇਹਨੂੰ ਪੂਰਾ ਕਰ ਲਈ ਹਨਾ। ਸੋ ਜਦੋਂ ਉਹ ਤੁਰ ਪਿਆ ਤੇ ਯਿਸੂ ਯਹੂਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ, ਤੁਸੀਂ ਉਜਾੜ ਵਿੱਚ ਕੀ ਦੇਖਣ ਨਿਕਲੇ ਸੋ? ਮਤਲਬ ਲੋਕੀ ਕਈ ਵਾਰੀ ਹੁੰਦੇ ਨਾ, ਆਉਂਦੇ ਆ ਤੇ ਆ ਕੇ ਦੇਖਦੇ ਉਹ ਫਲਾਣੇ ਸਾਥ ਉੱਥੇ ਕੋਈ ਆਇਆ, ਚਲੋ ਦੇਖੀਏ। ਕਈ ਲੋਕੀ ਉਹ ਜਿਸ ਤਰ੍ਹਾਂ ਮਤਲਬ 12 ਵਜ੍ਹਾ ਦੇ ਖੂਨ ਵਾਲੀ ਔਰਤ ਨੂੰ ਅਸੀਂ ਦੇਖਿਆ ਕਿ ਜੇ ਉਹ ਵਾਕਿਆ ਠੀਕ ਹੋਣ, ਉਹਨੂੰ ਕਿਹਾ ਸੀ ਮੈਂ ਯਿਸੂ ਦੇ ਪੱਲੇ ਨੂੰ ਹੱਥ ਫੜ ਕੇ ਇੱਧਰ, ਅੱਜ ਮੇਰਾ ਖੂਨ ਹਟ ਗਿਆ, ਮੈਂ ਇਹ ਫੜ ਕੇ ਰਹਿਣਾ। ਤੇ ਖੁਦਾ ਨੇ ਉਹਦੇ ਲਈ ਰਸਤਾ ਬਣਾਇਆ, ਕਿਉਂਕਿ ਅਦਰਵਾਈਜ਼ ਉਹਨਾਂ ਜ਼ਮਾਨੇ ਦੇ ਵਿੱਚ ਕੋਈ ਔਰਤ ਏਦਾਂ ਸਾਰਿਆਂ ਦੇ ਸਾਹਮਣੇ ਉਸ ਹਾਲਤ ਦੇ ਵਿੱਚ ਕਿੱਦਾਂ ਜਾ ਸਕਦੀ ਸੀ। ਪਾਖਰੂ ਨੇ ਕਿਸ ਤਰ੍ਹਾਂ ਉਹਦੇ ਲਈ ਰਸਤਾ ਬਣਾਇਆ ਹੋਗਾ, ਇਹ ਪਾਖਰੂ ਅੱਜ ਵੀ ਉਹਨਾਂ ਲੋਕਾਂ ਲਈ ਬਣਾਉਂਦੇ ਜਿਹੜੇ ਚਾਹੁੰਦੇ ਆ ਹਨਾ। ਤੇ ਜਦੋਂ ਕੁਛ ਲੋਕੀ ਉਜਾੜ ਦੇ ਵਿੱਚ ਵਾਕਈ ਇਹ ਦੇਖਣੇ ਆਉਂਦੇ ਤੇ ਤਮਾਸ਼ਾ ਜਿਹਨੂੰ ਆਪਾਂ ਕਹਿੰਦੇ ਆ ਨਾ, ਤੇ ਕਿ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿਲਦਾ ਹੈ ਕਿ ਖੁਦਾ ਯਿਸੂ ਮਸੀਹ ਇੱਥੇ ਨਾ ਹਿਊਮਰਸ ਆ, ਮਤਲਬ ਇੱਥੇ ਹਸਾਉਣ ਵਾਲੀ ਗੱਲ ਵੀ ਕਰਦੇ, ਕਹਿੰਦੇ ਕਿ ਤੁਸੀਂ ਇੱਕ ਕਾਨੇ ਨੂੰ, ਕਿਉਂਕਿ ਉਜਾੜਾਂ ਦੇ ਵਿੱਚ ਪਤਾ ਕੀ ਏਦਾਂ ਤੁਸੀਂ ਪਤਾ ਨਹੀਂ ਦੇਖਿਆ ਕਿ ਨਹੀਂ, ਕਿਉਂਕਿ ਮੈਨੂੰ ਮੌਕਾ ਮਿਲਿਆ, ਮੈਂ ਮਾਰੂਥਲ ਦੇ ਵਿੱਚ ਵੀ ਰਹੀ ਹਾਂ, ਕਿਉਂਕਿ ਮੇਰੇ ਜਿੱਥੇ ਮੈਂ ਪੜ੍ਹਦੀ ਸੀ ਨਾ ਮੇਰੇ ਨਾਨਕਿਆਂ ਦੇ ਪਿੰਡ ਦੇ ਵਿੱਚ, ਉੱਥੇ ਕਾਫੀ ਮਾਰੂਥਲ ਸੀ ਜਿੱਥੇ ਕਿ ਮੂੰਗਫਲੀ ਵੀ ਉੱਗਦੀ ਸੀਗੀ। ਤੇ ਉੱਥੇ ਜਿਹੜੇ ਕਾਨੇ ਜਿਹਨਾਂ ਨੂੰ ਇੱਥੇ ਕਾਨੇ ਕਿਹਾ ਜਾਂਦਾ, ਉਹਨਾਂ ਨੂੰ ਉਹ ਕਾਨੇ ਵੀ ਉੱਗਦੇ ਹੁੰਦੇ ਸੀ, ਤੇ ਕਾਨੇ ਦੇ ਬੜੇ ਵੱਡੇ ਏਦਾਂ ਝੂਲਦੇ ਹੁੰਦੇ ਸੀ ਹਵਾ ਦੇ ਨਾਲ ਏਦਾਂ, ਮਤਲਬ ਕਾਫੀ ਉਹਦੇ ਜਿਹੜੇ ਆਪਾਂ ਉਹਨਾਂ ਨੂੰ ਪੌਦੇ ਹੀ ਕਹਿ ਸਕਦੇ ਹਾਂ ਨਾ। ਤੇ ਉਹ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇੱਥੇ ਕਾਨਿਆਂ ਦੀ ਏਦਾਂ ਹਵਾ ਨੂੰ ਦੇਖਣਾ। ਕਈ ਵਾਰੀ ਇਹ ਵੀ ਹੁੰਦਾ ਨਾ ਕਿ ਲੋਕ ਬੈਠੇ ਉੱਥੇ ਹੁੰਦੇ ਪਰ ਉਹਨਾਂ ਦਾ ਜਿਹੜਾ ਮਨ ਆ ਉਹ ਆਪਣੇ ਮਤਲਬ ਘਰ ਦੇ ਵਿੱਚ ਜਾਂ ਕਿਸੇ ਜਗ੍ਹਾ ਹੁੰਦਾ, ਤਾਂ ਫਿਰ ਉਹਨਾਂ ਨੂੰ ਕਈ ਵਾਰੀ ਟੀਚਰ ਨੂੰ ਤੁਸੀਂ ਦੇਖਿਆ ਹੋਊਗਾ ਤੁਹਾਨੂੰ ਸਕੂਲ ਦੇ ਵਿੱਚ ਜਿਹੜੇ ਗਏ ਉਹਨਾਂ ਨੂੰ ਦੇਖਿਆ ਕਿ ਬੱਚੇ ਉੱਤੇ ਬੈਠੇ ਉਹਨਾਂ ਦਾ ਦਿਮਾਗ ਹੋਰ ਹੀ ਕਰੀ ਉਹਨੂੰ, ਤੇ ਫਿਰ ਕੀ ਕਰਦੇ ਟੀਚਰ ਨੂੰ ਬੁਲਾਉਂਦਾ ਕਹਿ ਕੇ ਓਏ ਹੋਲਡ ਔਨ ਹੈਲੋ, ਫਿਰ ਉਹ ਕਿਤੇ ਆਉਂਦਾ। ਤੇ ਖੁਦਾ ਯਿਸੂ ਮਸੀਹ ਉਹੀ ਕੰਮ ਕਰ ਰਿਹਾ, ਉਹ ਕਹਿ ਰਿਹਾ ਕਿ ਤੁਸੀਂ ਇੱਥੇ ਕਾਨੇ ਨੂੰ ਝੂਲਦਾ ਦੇਖਣ ਆ ਰਹੇ ਆਏ ਆ, ਕੀ ਕਰਨ ਆਇਆ ਤੁਸੀਂ ਇੱਥੇ ਹਨਾ। ਤੇ ਮਤਲਬ
फिर उन्होंने अपने आप भी दस्या कि जब तुम महीन वस्त्र पहने हुए किसी आदमी को, क्योंकि उन्होंने ऑब्वियसली सब इथों पता लग गया कि उद्धव यसु के कपड़े साफ चिट्टे होणगे ना, महीन वस्त्र पहने हुए किसी आदमी को देखना है ना, इथों अपन इथों उन्होंने वस्त्रों का भी एहसास होता है कि उन्होंने साफ कपड़े सीगे ना, सोहने जेडे ना। फिर की इत्थे क्या कि जां फिर तुसी महीन वस्त्र जेडे पहनदे हन राजियां दे महलां विच हन, देखो फिर कहते पर इथों ਆਪਾਂ ਨੂੰ ਇਹ ਨਹੀਂ ਸਾਬਤ ਹੁੰਦਾ ਕਿ ਉਹਨਾਂ ਨੇ ਕਿੰਨੇ ਕੁ ਮਹੀਨ ਕੱਪੜੇ ਪਹਿਨੇ ਹੋਏ ਸੀ, ਚਿੱਟੇ ਸੀਗੇ ਜਾਂ ਉਦਾਂ ਹੀ ਸਾਫ਼ ਸੀ ਇਸ ਰੰਗ ਦੇ, ਕਿਉਂਕਿ ਖੁਦਾ ਉਹਨਾਂ ਨੂੰ ਜਵਾਬ ਦਿੰਦੇ ਆ, ਕਹਿੰਦੇ ਜਿਹੜੇ ਬਹੁਤ ਹੀ ਮਹੀਨ ਵਾਲੇ ਕਹਿੰਦੇ ਕੀਮਤੀ ਕੱਪੜੇ ਪਹਿਨਦੇ ਆ, ਕਹਿੰਦੇ ਉਹ ਤੇ ਕਹਿੰਦੇ ਰਾਜਿਆਂ ਦੇ ਮਹਿਲਾਂ ਵਿੱਚ ਆ, ਮਤਲਬ ਉਹ ਤੇ ਕਹਿੰਦੇ ਜਿਹੜੇ ਉੱਥੇ ਇਸ ਦੁਨੀਆ ਦੇ ਰਾਜੇ ਉਹਨਾਂ ਦੇ ਮਹਿਲਾਂ 'ਚ ਹੈਗੇ ਆ ਜਿਹੜੇ ਬਾਹਲੇ ਹੀ ਸੋਹਣੇ ਸੋਹਣੇ ਤੇ ਬਾਹਲੇ ਦੁਨੀਆ ਤੋਂ ਮਤਲਬ ਜੱਗੋਂ ਬਾਹਰੇ ਕੱਪੜੇ ਪਹਿਨਦੇ ਆ। ਕਹਿੰਦਾ ਫਿਰ ਤੁਸੀਂ ਕੀ ਕਰਨਾ ਹੈ, ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਕੀ ਕਰਨਾ ਹੈ, ਤੇ ਕਹਿੰਦੇ ਕਿ ਇੱਕ ਤੁਸੀਂ ਮਤਲਬ ਨਬੀ ਨੂੰ ਦੇਖਣਾ ਆ ਵੀ ਜਿਹੜਾ ਮਤਲਬ ਅਗੰਵਾ ਕਰਦਾ ਹੈ, ਪਰ ਕਹਿੰਦੇ ਮੈਂ ਤੁਹਾਨੂੰ ਦੱਸਦੇ ਆ ਕਿ ਸਗੋਂ ਨਬੀ ਨਾਲੋਂ ਵੀ ਵੱਡਾ ਹੈ। ਹਾਂ ਕਹਿੰਦੇ ਮੈਂ ਤੁਹਾਨੂੰ ਕਹਿਣਾ ਆ ਕਿ ਮੈਂ ਸਗੋਂ ਨਬੀ ਤੋਂ ਵੀ ਵੱਡਾ, ਤੁਸੀਂ ਅੱਜ ਇੱਥੇ ਜੇ ਕੁਝ ਦੇਖੋਗੇ ਉਹ ਇੱਕ ਤੁਸੀਂ ਨਬੂਤ ਕਰਨ ਵਾਲੇ ਪ੍ਰੋਫਿਟ ਤੋਂ ਵੀ ਵੱਡਾ ਤੁਸੀਂ ਜਿਹੜਾ ਉਹ ਮੈਂ ਮਤਲਬ ਕਹਿੰਦੇ ਆ, ਕਹਿੰਦੇ ਇਹ ਉਹ ਹੀ ਜਿਹਦੇ ਹੱਕ ਵਿੱਚ ਲਿਖਿਆ ਗਿਆ ਹੈ ਕਿ ਮੈਂ ਆਪਣਾ ਦੂਤ ਤੇਰੇ ਅੱਗੇ ਘਾਲਦਾ ਆ ਜਿਹੜਾ ਤੇਰੇ ਅੱਗੇ ਰਾਹ ਤਿਆਰ ਕਰੇਗਾ। ਮਤਲਬ ਦੇਖੋ ਇੱਥੇ ਯਹੂਨਾ ਦੀ ਉਸ ਤਸਲੀ ਗੱਲ ਹੋ ਗਈ ਨਾ ਕਿ ਯਹੂਨਾ ਨੇ ਰਾਹ ਤਿਆਰ ਕੀਤਾ ਆਪਾਂ ਖੁਦਾ ਯਿਸੂ ਮਸੀਹ ਲਈ, ਤੇ ਕਹਿੰਦਾ ਮੈਂ ਤੁਹਾਨੂੰ ਸੱਚ ਕਹਿਣਾ ਹੈ ਕਿ ਜਿਹੜੇ ਔਰਤਾਂ ਤੋਂ ਜਨਮੇ ਇੱਥੇ ਮਤਲਬ ਹੁਣ ਗੱਲ ਹੋਈ ਕਿਉਂਕਿ ਖੁਦਾ ਯਿਸੂ ਮਸੀਹ ਨੇ ਮਰੀਮ ਮੈਰੀ ਜਿਹੜੀ ਮਤਲਬ ਮੁਕੱਦਸ ਆ ਮਰੀਮ, obviously ਉਹਨਾਂ ਨੂੰ ਇਸਤੇਮਾਲ ਕੀਤਾ ਗਿਆ, ਖੁਦਾ ਨੇ ਉਹਨਾਂ ਨੂੰ ਉਸ ਪਵਿੱਤਰਤਾ ਦੇ ਪੇਟ ਦੇ ਵਿੱਚ ਖੁਦਾ ਯਿਸੂ ਮਸੀਹ ਜਿਹੜਾ ਨਾ ਉਹਨਾਂ ਦਾ ਜੀਵਨ ਕੀਤਾ। ਪਰ ਜਿਹੜਾ ਯਹੂਨਾ ਆ ਉਹਦੇ ਲਈ ਵੀ ਕਿਹਾ ਗਿਆ, ਕਹਿੰਦੇ ਜਿੰਨੇ ਵੀ ਔਰਤਾਂ ਤੋਂ ਪੈਦਾ ਹੋਏ ਮਤਲਬ ਜਿਹੜੇ ਵੀ ਆਮ ਜਿਹੜੇ ਨੋਰਮਲ ਜਨਮ ਹੈ ਜਿਨ੍ਹਾਂ ਦੇ, ਕਹਿੰਦੇ ਉਹਨਾਂ ਵਿੱਚ ਯਹੂਨਾ ਬਪਤਿਸਮਾ ਦੇਣ ਨਾਲ ਉਹਨਾਂ ਨੂੰ ਕੋਈ ਵੱਡਾ ਨਹੀਂ ਹੋਇਆ, ਕਿਉਂਕਿ ਜਦੋਂ ਉਹਦੀ ਮਤਲਬ ਉਹਦੀ ਜਿਹੜੀ ਤਾਕਤ ਆ ਉਹਨੂੰ ਉਹਦੇ ਮਤਲਬ ਉਹ ਤੋਂ ਪਹਿਲੇ ਵੀ ਉਹਦੀ ਤਾਕਤ ਦੇ ਬਾਰੇ ਚ ਖੁਦਾ ਨੂੰ ਪਤਾ ਆ ਕਿਉਂਕਿ ਉਹਨੂੰ ਕਿਹੜੇ ਸਿਚੁਏਸ਼ਨ ਦੇ ਵਿੱਚੋਂ ਦੀ ਗੁਜ਼ਰਨਾ ਪੈਣਾ ਹੈ ਨਾ। ਤੇ ਕਹਿੰਦੇ ਕੋਈ ਨਾ ਉੱਠਿਆ ਜੋ, ਫਿਰ ਇੱਥੇ ਕਹਿੰਦੇ ਕਿ ਪਰ ਜੋ ਸਵਰਗ ਦੇ ਰਾਜ ਛੋਟਾ ਹੈ ਉਸ ਤੋਂ ਵੀ ਵੱਡਾ ਹੈ ਨਾ। ਫਿਰ ਇੱਥੇ ਹੋਰ ਗੱਲ ਕੀਤੀ ਹੈ ਵੀ ਜਿਹੜਾ ਸਵਰਗ ਦੇ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੀ ਵੱਡਾ ਹੈ। ਤੇ ਜਿਹੜਾ ਛੋਟਾ ਕੌਣ ਆ, ਜਿਹੜਾ ਹਲੀਮ ਆ, ਜਿਹੜਾ ਬਹੁਤ ਨਰਮ ਆ, ਬਹੁਤ ਨਮਰ ਆ, ਬੱਚਿਆਂ ਨੂੰ ਵੀ ਛੋਟਾ ਕਿਹਾ ਗਿਆ, ਕਿਸੇ ਵੀ ਛੋਟੇ ਨੂੰ, ਜਿਹੜਾ ਵੀ ਸਵਰਗ ਦਾ ਰਾਜ ਛੋਟਾ ਉਸ ਤੋਂ ਵੀ ਵੱਡਾ ਹੈ। ਜਿਹੜਾ ਬਹੁਤ ਹਲੀਮ ਆ ਉਹ ਉਸ ਤੋਂ ਵੀ ਵੱਡਾ ਹੈ। ਤੇ ਇੱਥੇ ਕਿਹਦੀ ਗੱਲ ਹੋਈ ਆ, ਇੱਥੇ ਖੁਦਾਵੰਦ ਯਿਸੂ ਮਸੀਹ ਦੀ ਆਪਣੀ ਵੀ ਗੱਲ ਹੋਈ ਕਿਉਂਕਿ ਉਸ ਤੋਂ ਵੱਡੇ ਹਨਾ। ਫਿਰ ਇੱਥੇ ਉਹਨਾਂ ਨੇ ਕਿਹਾ ਹੈ ਕਿ ਮਤਲਬ ਸਵਰਗ ਦੇ ਹੁਣ ਤੋੜੀ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸਵਰਗ ਦੇ ਰਾਜ ਵਿੱਚ ਜ਼ੋਰ ਮਾਰਿਆ ਜਾਂਦਾ ਹੈ ਤੇ ਜ਼ੋਰ ਮਾਰਨ ਵਾਲੇ ਉਹਨੂੰ ਖੋਹ ਲੈਂਦੇ ਹਨ। ਮਤਲਬ ਇੱਥੇ ਕਿਹਾ ਹੈ ਕਿ ਜਿਹੜਾ ਤਾਕਤ ਲੜਾਈ ਦੀ ਗੱਲ ਹੋਈ ਹੈ ਨਾ ਤੇ ਜ਼ੋਰ ਮਾਰਨ ਵਾਲੇ ਉਹਨੂੰ ਖੋਹ ਲੈਂਦੇ ਹਨ। ਉਹ ਕਿਉਂ ਜੋ ਸਾਰੇ ਨਬੀ ਦੇ ਤੁਰੇ ਤੇ ਯਹੂਨਾ ਦੀ ਅਗੰਵਾ ਕਰਦੇ ਤੇ ਸਗੋਂ ਆਉਣ ਵਾਲਾ ਏਲੀਆ ਇਹੋ ਹੀ ਹੈ, ਕਿਉਂਕਿ ਬਹੁਤ ਲੋਕੀ ਇਹ ਵੀ ਕਹਿੰਦੇ ਸੀ ਯਹੂਨਾ ਦੇ ਮਤਲਬ ਜੋ ਕਿਉਂਕਿ ਯਹੂਨਾ ਨੇ ਤੌਬਾ ਦਾ ਬਪਤਿਸਮਾ ਦਿੱਤਾ, ਜਿਹਨੇ ਖੁਦਾਵੰਦ ਯਿਸੂ ਮਸੀਹ ਨੂੰ ਬਪਤਿਸਮਾ ਦੇਣ ਦਾ ਜਿਹਨੂੰ ਠਹਿਰਾਇਆ ਗਿਆ, ਜਿਹਨੂੰ ਰਸਤਾ ਦਿਖਾਉਣ ਰਸਤਾ ਬਣਾਉਣ ਲਈ ਬਣਾਇਆ ਗਿਆ, ਉਹ ਆਪ ਤੋਂ ਹੀ ਨਹੀਂ ਸਕਦਾ। ਖੁਦਾਵੰਦ ਯਿਸੂ ਮਸੀਹ ਨੇ ਆਪ ਹੀ ਕਹਿ ਦਿੱਤਾ, ਕਹਿੰਦੇ ਕਿ ਔਰਤਾਂ ਵਿੱਚੋਂ ਜਨਮੇ ਸਭ ਨਾਲੋਂ ਉਹ ਵੱਡਾ ਆ ਹਨਾ। ਫਿਰ ਇੱਥੇ ਕਿਉਂ ਲੋਕੀ ਉਹਨੂੰ ਇਹ ਕਹਿੰਦੇ ਸੀ ਕਿ ਪਤਾ ਨਹੀਂ ਏਲੀਆ ਇਹ ਹਨਾ। ਚਾਹੇ ਤਾਂ ਮੰਨੋ ਜਿਹਦੇ ਕੰਨ ਹੋਣ ਉਹ ਸੁਣੇ, ਜਿਹਦੇ ਸੁਣਨ ਦੇ ਕਾਨੂੰਨ ਸੁਣੇ। ਆਪਾਂ ਇਹਦੇ ਬਾਰੇ ਵੀ ਗੱਲ ਕਰਨੀ ਹੈ। ਪਰ ਇਸ ਪੀੜ੍ਹੀ ਦੇ ਲੋਕਾਂ ਨੂੰ ਮੈਂ ਕਿਹਦੇ ਵਰਗੇ ਦੱਸਾਂ, ਉਹਨਾਂ ਨਿਗਰਾਂ ਵਰਗੇ ਜਿਹੜੇ ਬਾਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਆਵਾਜ਼ਾਂ ਮਾਰ ਕੇ ਕਹਿੰਦੇ ਅਸੀਂ ਤੁਹਾਡੇ ਲਈ ਬਾਂਸਰੀ ਬਜਾਈ ਪਰ ਤੁਸੀਂ ਨਾ ਨੱਚੇ, ਅਸੀਂ ਸਿਆਪਾ ਕੀਤਾ ਪਰ ਤੁਸੀਂ ਨਾ ਪਿੱਟੇ। ਕਿ ਜੋ ਹੁਣ ਇੱਥੇ ਖੁਦਾਵੰਦ ਯਿਸੂ ਮਸੀਹ ਨਾ ਇੱਕ ਤਰ੍ਹਾਂ ਨਾਲ ਉਹ ਲਾਚਾਰ ਨਹੀਂ ਸੀ, ਪਰ ਫਿਰ ਵੀ ਜਿਹੜੇ ਲੋਕੀ ਤੁਸੀਂ ਜਦੋਂ ਕੋਈ ਸਟੂਡੈਂਟ ਹਨਾ ਤੁਸੀਂ ਦੇਖੋ ਕਿ ਹੋਣਹਾਰ ਵੀ ਹੈਗਾ ਆ ਤੇ ਤੁਸੀਂ ਰੱਜ ਕੇ ਆਪਣਾ ਤੁਹਾਡਾ ਦਿਲ ਅੰਦਰੋਂ ਕਰਦਾ ਹੋਵੇ ਕਿ ਤੁਸੀਂ ਇਹਨੂੰ ਇੱਕ ਕਾਬਲੀਅਤ ਨਾਲ ਭਰ ਦਿਓ ਤੇ ਉਹਦੇ ਸਰਕਮਸਟੈਂਸਸ ਨਾ ਉਹਨੂੰ ਕਰਨ ਦੇਣ ਜਾਂ ਉਹ ਕਿਸੇ ਵੀ ਤਰ੍ਹਾਂ ਨਾ ਕਰਨ, ਫਿਰ ਤੁਸੀਂ ਇੱਕ ਲਾਚਾਰੀ ਦੇ ਵਿੱਚ ਕਹਿੰਦੇ ਆ, ਤੁਸੀਂ ਕਹਿੰਦੇ ਮੈਂ ਬਥੇਰਾ ਇਹ ਤੱਕ ਕਰਨ ਦਾ ਕੋਸ਼ਿਸ਼ ਕੀਤਾ, ਫਿਰ ਤੁਸੀਂ ਕਹਿੰਦੇ ਕਿ ਜੋ ਮੇਰੇ बस में था मैंने सब कुछ किया, अब इसका जो सिचुएशन है हालात ही ना चाहे तो मैं क्या करूं। सो ਇੱਥੇ ਖੁਦਾਵੰਦ ਯਿਸੂ ਮਸੀਹ ਕਹਿੰਦੇ ਕਿ ਮੈਂ ਤੁਹਾਡੇ ਲਈ ਬਾਂਸਰੀ ਵਜਾਈ, ਮੈਂ ਮਤਲਬ ਤੁਸੀਂ ਫਿਰ ਵੀ ਨਹੀਂ ਬਾਂਸਰੀ ਦੇ ਉੱਤੇ ਆਪਣਾ ਰਿਐਕਸ਼ਨ ਦਿਖਾਇਆ। ਮੈਂ ਐਕਸ਼ਨ ਕੀਤਾ, ਤੁਸੀਂ ਰਿਐਕਸ਼ਨ ਕੋਈ ਨਹੀਂ ਦਿੱਤਾ।
ਅਸੀਂ ਸਿਆਪਾ ਕੀਤਾ ਤੁਸੀਂ ਨਾ ਪਿੱਟੇ ਬਾਬਾ ਸਾਡੇ ਐਕਸ਼ਨ ਨੂੰ ਵੀ ਤੁਸੀਂ ਉੱਤੇ ਵੀ ਰਿਐਕਟ ਨਹੀਂ ਕੀਤਾ। ਕਹਿੰਦੇ ਜਦੋਂ ਨਾ ਖਾਂਦਾ ਪੀਂਦਾ ਆ ਤਾਂ ਲੋਕੀ ਕਹਿੰਦੇ ਸੀ ਉਹਦੇ ਨਾਲ ਭੂਤ ਆ, ਪਰ ਕਹਿੰਦੇ ਕਿ ਆਦਮੀ ਦਾ ਪੁੱਤਰ ਖਾਂਦਾ ਉਹ ਨਹੀਂ ਖਾਂਦਾ ਪੀਂਦਾ ਹੈ ਤਾਂ ਉਹਨੂੰ ਕਹਿੰਦੇ ਸੀ ਉਹਦੇ ਨਾਲ ਇੱਕ ਭੂਤ ਆ, ਆਦਮੀ ਦਾ ਪੁੱਤਰ ਖਾਂਦਾ ਪੀਂਦਾ ਹੈ ਤਾਂ ਉਹਨੂੰ ਕਹਿੰਦੇ ਕਿ ਵੇਖੋ ਖਾਓ ਤੇ ਸ਼ਰਾਬੀ ਮਨੁੱਖ ਮਸੂਲੀਅਤ ਤੇ ਪਾਪੀਆਂ ਦਾ ਯਾਰ। ਤੇ ਸੋ ਕਹਿੰਦੇ ਗਿਆਨ ਆਪਣੇ ਕਰਮ ਨਾਲ ਸੱਚਾ ਨਿਕਲਿਆ। ਮਤਲਬ ਗਿਆਨ ਦੀ ਗੱਲ ਇੱਥੇ ਹੋਈ ਆ ਕਿ ਲੋਕੀ ਜਦੋਂ ਜੱਜਮੈਂਟ ਤੇ ਉੱਤਰ ਆਉਂਦੇ ਆ, ਜੇ ਕਿਸੇ ਨੂੰ ਮਾੜਾ ਜਿਹਾ ਵੀ ਕਿਸੇ ਨਾਲ ਸ਼ਰਾਬੀ ਦੇ ਪਰਸਨ ਨਾਲ ਖੜਾ ਦੇਖਦੇ ਆ ਤਾਂ ਉਹਨੂੰ ਕਹਿੰਦੇ ਕਿ ਇਹ ਵੀ ਸ਼ਰਾਬੀ ਪੀਂਦਾ। ਮੈਨੂੰ ਇੱਕ ਚੀਜ਼ ਚੇਤੇ ਆ ਗਈ, ਮੈਂ ਤੇ ਮੇਰੀ ਕੋਲੀਗ ਦੋਨੋਂ ਅਸੀਂ ਵਿਜ਼ਿਟ ਕਰ ਰਹੀਆਂ ਸੀਗੀਆਂ, ਮਤਲਬ ਇੰਟਰਨੈਸ਼ਨਲ ਵਿਜ਼ਿਟ ਸੀਗਾ, ਦੋਨੋਂ ਦੋ ਔਰਤਾਂ, ਮੈਂ ਤੇ ਮੇਰੀ ਸਹੇਲੀ ਕੋਲੀਗ ਹੈ ਨਾ, ਸੋਸ਼ਲ ਵਰਕਰਸ ਦੋਨੇ। ਤੇ ਉੱਥੇ ਕਿਉਂਕਿ ਹੁਣ ਉਹ ਕੁੜੀ ਜਿਹੜੀ ਆ ਉਹ ਹੈਗੀ ਸੀਗੀ ਉਹ ਮਤਲਬ ਖੁਦਾਪਰਸਤ ਨਹੀਂ ਹੈਗੀ ਸੀ ਤੇ ਉਹ ਸਿਗਰਟ ਪੀਂਦੀ ਸੀ। ਤੇ ਓਬਵੀਅਸਲੀ ਮੈਂ ਵੀ ਨਹੀਂ ਸਿਗਰਟ ਪੀਂਦੀ, ਨਾ ਮੈਨੂੰ ਕਦੀ ਉੱਥੇ ਤਲਬ ਮਹਿਸੂਸ ਹੋਈ, ਮੇਰਾ ਉਹ ਤੋਂ ਵੱਖਰਾ ਸਾਰਾ ਕੁਛ। ਤੇ ਪਰ ਮੈਂ ਹੁਣ ਕੋਲੀਗ ਆ, ਮੈਂ ਉਹਨੂੰ ਆ ਵੀ ਨਹੀਂ ਕਹਿ ਸਕਦੀ ਕਿ ਤੂੰ ਨਾ ਪੀ ਸਿਗਰਟ, ਕਿਉਂਕਿ ਤੁਹਾਨੂੰ ਰਿਸਪੈਕਟ ਕਰਨਾ ਪੈਂਦਾ ਮਤਲਬ ਆਪਣੇ ਕੋਲੀਗ ਦੀ ਜਿਹੜੀ ਵੀ ਉਹਦੀ ਹੈਗੀ ਆ ਨਾ। ਤੇ ਮੈਂ ਹੁਣ ਦੀ ਨਹੀਂ ਗੱਲ ਕਰੀ, ਮੈਂ ਅੱਜ ਤੋਂ ਕਾਫੀ 20 ਸਾਲ ਪਹਿਲੇ ਦੀ ਗੱਲ ਕਰੀ। ਤੇ ਜਦੋਂ ਅਸੀਂ ਉੱਥੇ ਜਿਹੜੇ ਅਸੀਂ ਜਗ੍ਹਾ ਤੇ ਵਿਜ਼ਿਟ ਕਰਨ ਕਰ ਰਹੇ ਸੀ ਉਹਨਾਂ ਵਿੱਚੋਂ ਕੁਛ ਉਹਦੀ ਮਾਸੀ ਦਾ ਪਿੰਡ ਸੀਗਾ ਤੇ ਅਸੀਂ ਉੱਥੇ ਵੀ ਥੋੜਾ ਵਿਜ਼ਿਟ ਕੀਤਾ। ਫਿਰ ਇੱਕ ਸਾਲ ਮੇਰੀ ਮਾਸੀ ਦਾ ਪਿੰਡ ਸੀ, ਉੱਥੇ ਵੀ ਵਿਜ਼ਿਟ ਕੀਤਾ। ਤੇ ਜਿਹੜੇ ਮੇਰੀ ਮਾਸੀ ਦੇ ਘਰ ਦੇ ਵਿੱਚ ਲੋਕੀ ਠਹਿਰੇ ਹੋਏ ਸੀਗੇ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਸੀਗੀ ਉਸ ਬੱਚੀ ਦੀ ਮਤਲਬ ਸਮਾਨ ਦੀ ਫਰੋਲਾ ਫਰੋਲੀ ਕਰਨ ਦੀ। ਤੇ ਅਸੀਂ ਦੋਨੋਂ ਜਿਹੜੇ ਕੁਛ ਚੀਜ਼ਾਂ ਵਿਜ਼ਿਟਸ ਤੇ ਆਪਣੇ ਤੇ ਚਲੇ ਗਏ ਫੀਲਡ ਵਿਜ਼ਿਟ ਕਰਨ ਲਈ। ਜਦੋਂ ਅਸੀਂ ਵਾਪਸ ਆਏ ਤੇ ਜੀ ਉਹਨਾਂ ਦੀ ਉਹਦੇ ਘਰ ਦੇ ਵਿੱਚ ਜਿਹੜੇ ਲੋਕੀ ਆ ਉਹਨਾਂ ਨੇ ਮੇਰੀ ਮਾਮੂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਕੇਂਦਰ ਦੇ ਨਾਲ ਜਿਹੜੀ ਇੱਕ ਹੋਰ ਦੂਜੀ ਸੋਸ਼ਲ ਵਰਕਰ ਆਈ ਹੋਈ ਆ ਉਹਦੇ ਬੈਗ ਦੇ ਵਿੱਚੋਂ ਸਿਗਰਟਸ ਨਿਕਲੀਆਂ ਤੇ ਮਤਲਬ ਉਹਨਾਂ ਨੇ ਮੈਨੂੰ ਵੀ ਜੱਜਮੈਂਟ ਦੇ ਥੱਲੇ ਲਿਆਂਦਾ। ਤੇ ਮੇਰੀ ਮਾਮੂ ਨੇ ਕਿਹਾ ਕਿ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਉਹ ਕੁੜੀ ਨਹੀਂ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੀ ਕਿਉਂਕਿ ਇਹਨਾਂ ਚੀਜ਼ਾਂ ਪਿੱਛੇ ਤਾਂ ਉਹਨੇ ਬੜਾ ਬੜਾ ਸਾਰਾ ਕੁਝ ਹੀ ਤੋੜਤਾ ਚੱਕ ਕੇ ਕਿ ਆਹ ਚੀਜ਼ਾਂ ਨੇ ਉਹਨੂੰ ਪਸੰਦ ਹੈ ਨਾ। ਤੇ ਮੇਰੇ ਕਹਿਣ ਤੋਂ ਕਿ ਜੱਜਮੈਂਟ ਦੀ ਗੱਲ ਹੈ ਕਿ ਸਾਡੇ ਲੋਕੀ ਨਹੀਂ ਜੱਜਮੈਂਟ ਕਰਨ ਤੋਂ ਟਾਲਦੇ। ਉਹਨਾਂ ਨੂੰ ਇੱਥੇ ਆਹ ਗੱਲ ਉਹਨਾਂ ਨੇ ਕੀਤੀ ਆ, ਕਹਿੰਦੇ ਕਿ ਤੁਸੀਂ ਜਦੋਂ ਖੁਦਾਵੰਦ ਯਿਸੂ ਮਸੀਹ ਨੂੰ ਕਿਉਂ ਕਹਿੰਦੇ, ਤੁਸੀਂ ਕਹਿੰਦੇ ਖਾਓ ਪੀਓ ਤੇ ਸ਼ਰਾਬੀ ਤੇ ਮਸੂਲੀ ਅਤੇ ਪਾਪੀਆਂ ਦੇ ਯਾਰ ਤੁਸੀਂ ਉਹਨੂੰ ਕਹਿੰਦੇ ਕਿ ਜਦੋਂ ਉਹਨਾਂ ਦੇ ਨਾਲ ਮਿੰਗਲ ਰਾਉਂਡ ਕਰਕੇ ਐਕਚੁਅਲੀ ਉਹਨਾਂ ਦਾ ਹੱਲ ਕਰਨ ਸੀ, ਪਰ ਉਹ ਤੋਂ ਖੁਦਾਵੰਦ ਯਿਸੂ ਮਸੀਹ ਠਹਿਰੇ ਅਸੀਂ ਆਰਡੀਨਰੀ ਇਨਸਾਨ ਹੈਗੇ ਨਾ। ਤੇ ਅਸੀਂ ਤੇ ਖੈਰ ਖੁਦਾ ਨੇ ਜਿਹੜੀ ਚੀਜ਼ ਸਾਡੇ 'ਚ ਜਿਹੜੀ ਚੀਜ਼ ਦੀ ਭੁੱਖ ਪਾਈ ਆ ਉਹਦੀ ਭੁੱਖ ਲੱਗੂਗੀ ਤੇ ਸਾਨੂੰ ਉਹਦੀ ਭੁੱਖ ਨੂੰ ਮੈਨੇਜ ਕਰਨ ਦਾ ਹੱਲ ਵੀ ਦੱਸਿਆ। ਪਰ ਜਿਹੜੇ ਆਮ ਲੋਕੀ ਆ ਉਹ ਜਿਹੜੇ ਆਪਾਂ ਉਹਨਾਂ ਦੀ ਗੱਲ ਕੀਤੀ ਆ ਕਿ ਉਹ ਜੱਜਮੈਂਟ ਕਰਨ ਤੋਂ ਬਾਜ਼ ਨਹੀਂ ਆਉਂਦੇ। ਉਸ ਤੋਂ ਪਿੱਛੇ ਅਸੀਂ ਦੇਖਿਆ ਕਿ ਉਹ ਨਗਰਾਂ ਵਿੱਚ ਜਿਹਨਾਂ ਨੂੰ ਬਹੁਤੀਆਂ ਕਰਾਮਾਤਾਂ ਵਿਖਾਈਆਂ ਗਈਆਂ ਉਹ ਲਾਂਭਾ ਦੇਣ ਲੱਗਾ। ਵਾਹ ਲੋਰਡ, ਤੁਸੀਂ ਤਕਲੀਫ ਚ ਹੋਣੇ ਨਾ ਜਦੋਂ ਤੁਸੀਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹੋ। ਪਹਿਲਾਂ ਵੀ ਉੱਪਰ ਵੀ ਗੱਲ ਕੀਤੀ ਤੇ ਉਹ ਕਰਦਾ ਨਹੀਂ। ਉਹਨੇ ਮੈਨੂੰ ਕਿਹਾ ਮੈਂ ਤੁਹਾਡੀ ਬਾਂਸਰੀ ਵਜਾਈ ਪਰ ਤੁਸੀਂ ਨਹੀਂ ਨੱਚੇ, ਮੈਂ ਤੁਹਾਨੂੰ ਸਿਆਪਾ ਕੀਤਾ ਤੁਸੀਂ ਨਹੀਂ ਪਿੱਟੇ, ਕਿਉਂਕਿ ਉਹਨੂੰ ਉਹਨਾਂ ਦੀ ਜ਼ੁਬਾਨ ਚ ਦੱਸਿਆ ਨਾ। ਕਿਉਂਕਿ ਉਹ ਜਦੋਂ ਕੋਈ ਬਸ ਅਸੀਂ ਪਹਿਲੇ ਵੀ ਦੇਖਿਆ ਨਾ ਪਿਛਲੇ ਚੈਪਟਰ ਦੇ ਵਿੱਚ ਕਿ ਉਹਦੀ ਜਦੋਂ ਬੇਟੀ ਦੀ ਡੈਥ ਹੋ ਜਾਂਦੀ ਹੈ ਕਿਸੇ ਨੇ ਆ ਕੇ ਕਹਿੰਦਾ ਤੇ ਉਹ ਉੱਥੇ ਬਾਂਸਰੀ ਵਜਾਉਣ ਡਏ ਹੋਇਆ ਤੇ ਸਿਆਪਾ ਕਰਨ ਨੂੰ ਤਿਆਰ ਹੈ ਕਿ ਹੁਣ ਅਸੀਂ ਇਹਨੂੰ ਤੋੜ ਦੇਣਾ ਹੈ ਤੇ ਜੋ ਵੀ ਕਰਨਾ ਨਾ। ਪਰ ਇੱਥੇ ਉਹ ਕਹਿ ਰਹੇ ਕਿ ਤੁਸੀਂ ਨਹੀਂ ਨੱਚੇ, ਬਾਂਸਰੀ ਵੀ ਵਜਾਈ ਆ, ਪਿੱਟੇ ਵੀ ਆ, ਤੁਸੀਂ ਨਹੀਂ ਪਿੱਟੇ, ਸਿਆਪਾ ਵੀ ਕੀਤਾ। ਉਹਨਾਂ ਦੀ ਜ਼ੁਬਾਨ ਚ ਸਮਝਾ ਰਿਹਾ, ਕਹਿੰਦੇ ਤੁਸੀਂ ਮਤਲਬ ਇੰਨੀਆਂ ਕਰਾਮਾਤਾਂ ਤੁਹਾਡੇ ਅੱਗੇ ਹੋਈਆਂ ਤੇ ਤੁਸੀਂ ਫਿਰ ਵੀ ਤੌਬਾ ਨਹੀਂ ਕੀਤੀ। ਕਹਿੰਦੇ ਕਿ ਹਾਏ ਤੈਨੂੰ ਖੁਰਜ਼ੀਨ, ਉਸ ਪਿੰਡ ਦੀ ਗੱਲ ਕੀਤੀ ਹੈ, ਹਾਏ ਤੈਨੂੰ ਬੈਤਸੈਦਾ ਉਸ ਜਗ੍ਹਾ ਦੀ ਗੱਲ ਕੀਤੀ ਹੈ। ਕਹਿੰਦੇ ਜਿਹੜੀਆਂ ਕਰਾਮਾਤਾਂ ਤੁਹਾਡੇ ਚ ਵਿਖਾਈਆਂ ਨੇ ਸੂਰ ਤੇ ਸਰਦਬ ਚ ਵਿਖਾਈਆਂ ਜਾਂਦੀਆਂ ਤੂੰ ਤੱਪੜ ਪਹਿਨ ਕੇ ਸੁਆਹ ਵਿੱਚ ਬੈਠ ਕੇ ਕਦੋਂ ਤੌਬਾ ਕਰ ਲੈਂਦੇ। ਤੇ ਮੈਂ ਤੁਹਾਨੂੰ ਸੱਚ ਕਹਿੰਦਾ ਕਿ ਨਿਆਂ ਦੇ ਦਿਨ ਤੁਹਾਡੇ ਨਾਲ ਸੂਰ ਤੇ ਸਰਦਬ ਦਾ ਹਲ ਝੱਲਣ ਜੋਗਾ ਹੋਣਾ। ਇਹ ਕਫਰਨਾਹੂਮ ਕੀ ਤੂੰ ਆਕਾਸ਼ ਤੱਕ ਉੱਚਾ ਕੀਤਾ ਜਾਏਗਾ, ਸਗੋਂ ਪਤਾਲ ਤੋੜੀ ਉਤਰੇਗਾ। ਕਿਉਂਕਿ ਤੇਰੀਆਂ ਕਰਾਮਾਤਾਂ ਜਿੰਨੀਆਂ ਤੇਰੇ ਵਿੱਚ ਵਿਖਾਈਆਂ ਜੇ ਸਦੋਮ ਵਿੱਚ ਵਿਖਾਈਆਂ ਜਾਂਦੀਆਂ ਤੂੰ ਅੱਜ ਤਾਈਂ ਬਣਿਆ ਰਹਿੰਦਾ। ਮੈਂ ਤੁਹਾਨੂੰ ਸੱਚ ਕਹਿੰਦਾ ਵੀ ਨਿਆਂ ਦੇ ਦਿਨ ਵਿੱਚ ਸਦੋਮ ਦਾ ਹਾਲ ਤੁਹਾਡੇ ਹਾਲ ਨਾਲੋਂ ਝੱਲਣ ਯੋਗ ਹੋਣਾ। ਉਸ ਵੇਲੇ ਯਿਸੂ ਨੇ ਅੱਗੋਂ ਆਖਿਆ, ਹੇ ਪਿਤਾ ਆਕਾਸ਼ ਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ। ਇਹਨਾਂ ਗੱਲਾਂ ਨੂੰ ਗਿਆਨੀਆਂ ਤੇ ਵਿਦਵਾਨਾਂ ਤੋਂ ਗੁਪਤ ਰੱਖਿਆ, ਤੂੰ ਉਹਨਾਂ ਨੂੰ ਨਿਆਣਿਆਂ ਉੱਤੇ ਪ੍ਰਗਟ ਕੀਤਾ। ਹਾਂ ਹੇ ਪਿਤਾ, ਕਿਉਂਕਿ ਤੈਨੂੰ ਇਹੋ ਚੰਗਾ ਲੱਗਾ। ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਤੇ ਪੁੱਤਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ ਅਤੇ ਨਾ ਕੋਈ ਪਿਤਾ ਨੂੰ ਜਾਣਦਾ ਪਰ ਪੁੱਤਰ। ਜਿਸ ਉੱਤੇ ਪੁੱਤਰ ਨੂੰ ਪ੍ਰਗਟ ਕਰਨਾ ਚਾਹੇ। ਇਹ ਥੱਕੇ ਹੋਏ ਹੋ ਤੇ ਭਾਰ ਦੇ ਦੱਬੇ ਹੋਏ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਸੁੱਖ ਤੇ ਆਰਾਮ ਦਿਆਂਗਾ ਅਤੇ ਮੇਰਾ ਜੂੜਾ ਆਪਣੇ ਤੇ ਲੈ ਲਓ ਤੇ ਮੈਥੋਂ ਸਿੱਖੋ ਕਿਉਂਕਿ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ। ਤੁਸੀਂ ਆਪਣੇ ਜੀਆਂ ਵਿੱਚ ਆਰਾਮ ਪਾਵੋਗੇ ਕਿਉਂਕਿ ਮੇਰਾ ਜੂੜਾ ਹੌਲਾ ਤੇ ਭਾਰ ਹਲਕਾ ਹੈ। ਮਤਲਬ ਯਿਸੂ ਮਸੀਹ ਨੇ ਇੱਥੇ ਨਾ ਭਰੇ ਮਨ ਨਾਲ, ਜਿਹਨੂੰ ਆਪਾਂ ਕਹਿੰਦੇ ਨਾ ਮਨ ਭਾਰੇ ਮਨ ਦੇ ਨਾਲ ਲੋਕਾਂ ਦੇ ਉੱਤੇ ਕਰਕੇ ਮਤਲਬ ਤਕਲੀਫ ਮੰਨ ਕੇ ਉਹਨਾਂ ਦੀਆਂ ਮੁਸ਼ਕਲਾਂ ਦੇ, ਜਿੱਦਾਂ ਇੱਕ ਡਾਕਟਰ ਹੱਥ ਵਿੱਚ ਫਰਜ਼ ਕੀਤਾ ਨਾ ਉਹ ਨਮੂਨੀਆ ਦੀ ਜਾਂ ਜਿਹਨੂੰ
ਜਦੋਂ ਉਹ ਜਿਹਦੀ ਹੈਗੀ ਆ ਕੁਨੀਨ ਜਿਹੜੀ ਦਵਾਈ ਆ ਉਹਨੂੰ ਜਦੋਂ ਹੋ ਜਾਂਦਾ ਲੋਕਾਂ ਨੂੰ ਕਿਹੜੀ ਹੈਗਾ ਮੈਸਕੀਟੋ ਤੋਂ ਜਿਹੜੀ ਬਿਮਾਰੀ ਹੁੰਦੀ ਹੈ ਨਮੂਨੀਆ ਸ਼ਾਇਦ ਹੈਗਾ ਹੈ ਨਾ ਤੇ ਉਹਦੇ ਲਈ ਤੁਹਾਨੂੰ ਹੱਥ ਦੇ ਵਿੱਚ ਕੁਨੀਨ ਦੀ ਗੋਲੀ ਡਾਕਟਰ ਹੱਥ ਵਿੱਚ ਫੜ ਕੇ ਖੜਾ ਹੋਵੇ ਤੇ ਫਿਰ ਵੀ ਉਹ ਲੋਕੀ ਜਿਹੜੇ ਉਹ ਥੋੜਾ ਥਾਂ ਦੀ ਥਾਂ ਨਾ ਲੈਣ ਤੇ ਫਿਰ ਉਹਨੂੰ ਅਫਸੋਸ ਹੋਏਗਾ ਕਿਉਂਕਿ ਉਹ ਤਾਂ ਦੁਨਿਆਵੀ ਡਾਕਟਰਾਂ ਨੂੰ ਹੋਏਗਾ ਪਰ ਇੱਥੇ ਪਤਾ ਨਹੀਂ ਤੁਸੀਂ ਆਪਣੀ ਗੱਲ ਕਰ ਰਿਹਾ ਕਿ ਮੈਂ ਤੁਹਾਨੂੰ ਹਰ ਚੀਜ਼ ਦਾ ਹੱਲ ਦੇਣ ਲਈ ਆਇਆ ਤੁਹਾਡੇ ਕੋਲੇ ਜਦੋਂ ਕਿ ਮੈਂ ਉਹਨਾਂ ਨੇ ਸ਼ੁਰੂ ਤੋਂ ਕੀਤਾ ਕਿ ਮੈਂ ਨਵੀ ਤੋਂ ਵੱਡਾ ਹਨਾ ਕਿਉਂਕਿ ਮੈਂ ਨਵੀ ਤੋਂ ਵੱਡਾ ਆ ਫਿਰ ਇਹਨਾਂ ਨੇ ਕਿਹਾ ਕਿ ਮੇਰੇ ਤੋਂ ਮੈਂ ਉਹ ਸਾਰਾ ਕੁਝ ਕਰਦਾ ਜਿਹੜਾ ਕੁਝ ਪਿਤਾ ਮੈਨੂੰ ਕਰਨ ਨੂੰ ਕਹਿੰਦਾ ਤੇ ਕਹਿੰਦਾ ਪਰ ਜਿਨ੍ਹਾਂ ਨੇ ਪਿਤਾ ਨੂੰ ਨਹੀਂ ਜਾਣਿਆ ਤੇ ਉਹਨਾਂ ਪੁੱਤਰ ਨੂੰ ਕੀ ਜਾਣਨਗੇ ਕਿਉਂਕਿ ਪਿਤਾ ਨੂੰ ਪੁੱਤਰ ਜਾਣਦਾ ਹੈ ਤੇ ਮਤਲਬ ਜਿਹਦੇ ਉੱਤੇ ਪੁੱਤਰ ਪਾਪ ਦਾ ਯਿਸੂ ਮਸੀਹ ਖੋਲੇ ਇਹ ਭੇਤ ਤੇ ਉਹਦੇ ਉੱਤੇ ਹੀ ਇਹ ਭੇਤ ਖੁੱਲਦਾ ਹੈ ਜਿਹਨਾਂ ਉੱਤੇ ਪੁੱਤਰ ਭੇਤ ਨਾ ਖੋਲੇ ਉਹਦੇ ਉੱਤੇ ਭੇਤ ਨਹੀਂ ਖੁੱਲਦਾ ਮਤਲਬ ਇੱਥੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਮੋਰ ਦੈਨ ਪ੍ਰੋਫਿਟ ਹਾਂ ਕਿਉਂਕਿ ਮੈਂ ਹੈਗਾ ਆ ਮਤਲਬ ਖੁਦਾ ਦਾ ਪੁੱਤਰ ਹੈ ਸਾਬਤ ਕਰਤਾ ਨਾ ਤੁਸੀਂ ਇਹਨੂੰ ਮਤਲਬ ਆਪਣਾ ਮਤਲਬ ਇੱਥੇ ਕੈਰੈਕਟਰ ਜਿਹੜਾ ਨਾ ਜਿਹੜਾ ਜੋ ਅਸੀਂ ਅਗਰ ਇਹਨੂੰ ਦੇਖੀਏ ਅਯੂਬ ਦੇ ਪਹਿਲੇ ਚੈਪਟਰ ਦੀ 8ਵੀਂ ਆਇਤ ਦੇ ਵਿੱਚ ਕਿ ਇੱਥੇ ਮਤਲਬ ਇੱਕ ਤਰ੍ਹਾਂ ਨਾਲ ਖੁਦਾ ਉਸ ਕਰੈਕਟਰ ਦੀ ਪ੍ਰੇਜ਼ ਕਰਦਾ ਆਪਾਂ ਪਹਿਲਾਂ ਵੀ ਪ੍ਰੇਜ਼ ਦੀ ਅੱਜ ਗੱਲ ਕੀਤੀ ਹੈ ਜਿਹਦੇ ਵਿੱਚ ਉਹਨੂੰ ਆਪਣਾ ਆਪ ਲੱਭੇ ਜਿਸ ਤਰ੍ਹਾਂ ਉਹਨੂੰ ਆਪਣਾ ਆਪ ਅਯੂਬ ਚੋਂ ਲੱਭਦਾ ਸੀ ਤਾਂ ਉਹਨੇ ਸ਼ੈਤਾਨ ਦੇ ਸਾਹਮਣੇ ਵੀ ਉਹਦੀ ਸਿਫਤ ਕਰ ਦਿੱਤੀ ਹੈ ਨਾ ਜਿਹਦੇ ਕਰਕੇ ਸ਼ੈਤਾਨ ਕਾਫੀ ਔਖਾ ਹੋ ਗਿਆ ਸੋ ਇੱਥੇ ਖੁਦਾ ਆਪਣੇ ਬਾਰੇ ਚ ਆਪੇ ਹੀ ਕਹਿੰਦੇ ਆ ਖੁਦਾ ਯਿਸੂ ਮਸੀਹ ਕਹਿੰਦੇ ਕਿ ਵੀ ਪਿਤਾ ਜਿਨ੍ਹਾਂ ਉੱਤੇ ਜ਼ਾਹਿਰ ਜਿੰਨਾ ਚਿਰ ਨਾ ਮੈਂ ਜ਼ਾਹਿਰ ਕਰਾਂ ਤੇ ਉਹਨਾਂ ਚਿਰ ਉਹਨਾਂ ਨੂੰ ਪਿਤਾ ਦਾ ਪਤਾ ਨਹੀਂ ਲੱਗਦਾ ਭਾਵ ਉਹ ਖੁਦਾ ਨੂੰ ਨਹੀਂ ਸਮਝ ਸਕਦੇ ਲੋਕੀ ਨਾ ਤੇ ਇੱਥੇ ਤੁਸੀਂ ਇਹਨੂੰ ਵੈਸੇ ਦੇਖ ਸਕਦੇ ਹੋ ਅਗਰ ਚਾਹੋ ਤੇ ਐਕਟ ਜਿਹਨੂੰ ਆਪਾਂ ਕਹਿੰਦੇ ਆ ਰਸੂਲਾਂ ਦੀ ਕਿਤਾਬ ਤੇ ਤੁਸੀਂ ਉਹਦੇ ਚੌਥੇ ਚੈਪਟਰ ਦੀ 31ਵੀਂ ਆਇਤ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉੱਥੇ ਕੈਰੈਕਟਰ ਦੀ ਗੱਲ ਹੋਈ ਹੈ ਕਿ ਮਤਲਬ ਦਲੇਰੀ ਜਿਹੜੀ ਆ ਉਹ ਖੁਦਾ ਦੇ ਜਿਹੜੇ ਸੂਰਮੇ ਆ ਖੁਦਾ ਦੇ ਉਹਨਾਂ ਦਾ ਸਭ ਤੋਂ ਵੱਡਾ ਗੁਣ ਜਿਹੜਾ ਉਹ ਦਲੇਰੀ ਆ ਖੁਦਾ ਦੇ ਬਚਨ ਲਈ ਹਨਾ ਤੇ ਉਹਨਾਂ ਦੇ ਕੈਰੈਕਟਰਿਸਟਿਕ ਜਿਹੜੇ ਆ ਉਹ ਤੁਹਾਨੂੰ ਇਹ ਲੱਭ ਜਾਊਗਾ ਰਸੂਲਾਂ ਦੇ ਕਰਤੱਵ ਦੇ ਚੌਥੇ ਚੈਪਟਰ ਦੀ 31ਵੀਂ ਆਇਤ ਤੁਸੀਂ ਦੇਖ ਸਕਦੇ ਫਿਰ ਉਹਨਾਂ ਨੇ ਮਤਲਬ ਦੇਖਿਆ ਕਿ ਕਿਹਾ ਹੈ ਕਿ 12ਵੀਂ ਆਇਤ ਦੇ ਵਿੱਚ ਕਿ ਜਿਹੜਾ ਮਤਲਬ ਖੁਦਾ ਦੀ ਬਾਦਸ਼ਾਹੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਹਾਸਿਲ ਕਰ ਲੈਣਾ ਖੁਦਾ ਦੀ ਬਾਦਸ਼ਾਹੀ ਤੱਕ ਜਾਣ ਦੀ ਟਿਕਟ ਤੁਸੀਂ ਕਹੋਗੇ ਕਿ ਸਵਰਗ ਦਾ ਵੀਜ਼ਾ ਮੈਂ ਤੁਹਾਨੂੰ ਦੂਸਰੇ ਤਰੀਕੇ ਨਾਲ ਦੱਸਦੇ ਹਾਂ ਉਹ ਤੁਹਾਨੂੰ ਬਿਨਾਂ ਜਦੋਜਹਿਦ ਦੇ ਬਿਨਾਂ ਲੜਾਈ ਦੇ ਬਿਨਾਂ ਤੁਹਾਨੂੰ ਦੂਸਰੇ ਤੇ ਅਪਸੈਟਿੰਗ ਕ੍ਰੀਏਟ ਤੇ ਨਹੀਂ ਮਿਲਣਾ ਆਪਣੇ ਆਪ ਨਹੀਂ ਮਿਲ ਜਾਣਾ ਜਿੱਦਾਂ ਇੱਥੇ ਦੁਨੀਆ ਦੇ ਵੀਜ਼ੇ ਤੇ ਲੈਣ ਲਈ ਲੋਕਾਂ ਦੇ ਕਈ ਵਾਰੀ ਬਹੁਤ ਹੀ ਪੈਸੇ ਲੱਗ ਜਾਂਦੇ ਆ ਬਹੁਤ ਹੀ ਝੂਠ ਪਤਾੜ ਬੋਲਣੇ ਪੈਂਦੇ ਆ ਅਨਲੈਸ ਕਿ ਉਸ ਕੰਟਰੀ ਦੇ ਵਿੱਚ ਬੋਰਨ ਹੋਏ ਹੋਣ ਜਾਂ ਉਹਨਾਂ ਦੇ ਵੱਡੇ ਵਡੇਰੇ ਤੇ ਨਹੀਂ ਤਾਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਖੇਤ ਵੀ ਵਿਕ ਜਾਂਦੇ ਕਾਫੀ ਕੁਝ ਹੋ ਜਾਂਦਾ ਪਰ ਜਿਹੜੀ ਇੱਥੇ ਸਵਰਗ ਦੀ ਬਾਦਸ਼ਾਹੀ ਦੀ ਗੱਲ ਹੋਈ ਉਹ ਬਿਨਾਂ ਮਤਲਬ ਵਾਇਲੈਂਸ ਦੇ ਬਿਨਾਂ ਲੜਾਈ ਦੇ ਨਹੀਂ ਹੱਥ ਹੋਣਾ ਨਾ ਕਿਉਂਕਿ ਬਿਨਾਂ ਤੁਸੀਂ ਆਪਣੇ ਲੜਾਈ ਹੈ ਨਹੀਂ ਕਿ ਕੋਈ ਸਾਡੀ ਉੱਥੋਂ ਦੀ ਤੁਸੀਂ ਹਕੂਮਤ ਨਾਲ ਲੜਾਈ ਕਰਨ ਬਹਿ ਜਾਣਾ ਆਪਣੇ ਆਪ ਦਾ ਇਨਕਾਰ ਕਰਨਾ ਆਪਣੇ ਆਲੇ ਦੁਆਲੇ ਦਾ ਇਨਕਾਰ ਕਰਨਾ ਜਿਹੜਾ ਕਿ ਤੁਹਾਨੂੰ ਗਲਤ ਚੀਜ਼ਾਂ ਕਰੇ ਫਿਰ ਉਸ ਹਰ ਇੱਕ ਸਿਚੁਏਸ਼ਨ ਦਾ ਇਨਕਾਰ ਕਰਨ ਦੀ ਲੋੜ ਪੈਂਦੀ ਜਿਹੜੀ ਤੁਹਾਡੀ ਆਦਤ ਨੂੰ ਨਮ ਬਣਾ ਦੇਵੇ ਕਿ ਉਹਦਾ ਕੈਦੀ ਬਣਾ ਦੇਵੇ ਹਨਾ ਇਹ ਆਪਣੇ ਆਪ ਨਾਲ ਜਿਹੜੀ ਲੜਾਈ ਆ ਉਹ ਸਫਰਿੰਗ ਤੁਸੀਂ ਸਹੋਗੇ ਤੇ ਫਿਰ ਉਸ ਵੀਜ਼ੇ ਨੂੰ ਲੈ ਵੀ ਸਕੋਗੇ ਤੇ ਬਰਕਰਾਰ ਵੀ ਰੱਖ ਸਕੋਗੇ ਨਹੀਂ ਤਾਂ ਬਹੁਤ ਵਾਰੀ ਕਿ ਤੁਸੀਂ ਲਿਆ ਹੋਇਆ ਵੀਜ਼ਾ ਵੀ ਤੁਹਾਡਾ ਜਿਹੜਾ ਨਾ ਉਹ ਕੀ ਹੁੰਦਾ ਹੈ ਉਹ ਕੰਮ ਨਹੀਂ ਹੁੰਦਾ ਤੁਹਾਡੇ ਕਿਉਂਕਿ ਉਹ ਵੇਸਟ ਹੋ ਜਾਂਦਾ ਹੈ ਹਨਾ ਮਤਲਬ ਜਾਂ ਫਿਰ ਕੈਂਸਲ ਕਰ ਦਿੱਤਾ ਜਾਂਦਾ ਕੁਛ ਨਾ ਕੁਛ ਤੁਹਾਡੇ ਵਿੱਚ ਗਲਤੀ ਲੱਭ ਜਾਵੇ ਤਾਂ ਹਨਾ ਮਤਲਬ ਇੱਥੇ ਸਾਡੇ ਕੋਲੇ ਇੰਗਲੈਂਡ ਦੇ ਵਿੱਚ ਬੱਚੀ ਹੈਗੀ ਆ ਹੁਣ ਉਹ ਵਾਪਸ ਆਈ ਹੋਈ ਆ ਕੁਛ ਸਾਲ ਪਹਿਲੇ 2-3 ਸਾਲ ਪਹਿਲੇ ਦੀ ਗੱਲ 2-3 ਸਾਲ ਪਹਿਲੇ ਕਿ ਉਹਨੇ ਆਪਣੀ ਮਤਲਬ ਇੱਥੋਂ ਦੀ ਜੰਮੀ ਹੋਈ ਬੱਚੀ ਉਹਨੇ ਆਪਣੇ ਜਿਹੜੇ ਐਕਟੀਵਿਟੀਜ਼ ਆ ਨਾ ਕੁਛ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਕਰ ਲਈਆਂ ਜਿਹੜੀਆਂ ਕਿ ਇੱਥੋਂ ਦੀ ਗਵਰਨਮੈਂਟ ਨੂੰ ਪਸੰਦ ਨਹੀਂ ਸੀ ਉਹ ਗਲਤ ਲੋਕਾਂ ਦੇ ਐਕਟੀਵਿਟੀਜ਼ ਦੇ ਵਿੱਚ ਆ ਗਈ ਉਹ ਹਨਾ ਉਹਨਾਂ ਨਾਲ ਨਜ਼ਰ ਆਈ ਕਿਉਂਕਿ ਕੈਮਰੇ ਹੱਥਾਂ ਤੇ ਲੱਗੇ ਹੋਏ ਨਜ਼ਰ ਆਈ ਤੇ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਉਹ ਚੱਲੀ ਵੀ ਗਈ ਛੱਡ ਕੇ ਆਪਣੀ ਕੰਟਰੀ ਉਹਨਾਂ ਲੋਕਾਂ ਦੇ ਕੋਲ ਚਲੀ ਗਈ ਤੇ ਫਿਰ ਉੱਥੇ ਉਹਨਾਂ ਨੇ ਉਹਦਾ ਵੀਜ਼ਾ ਕੈਂਸਲ ਕਰ ਦਿੱਤਾ ਇੱਥੋਂ ਦੀ ਸਿਟੀਜ਼ਨਸ਼ਿਪ ਕੈਂਸਲ ਕਰ ਦਿੱਤੀ ਇੱਥੋਂ ਦਾ ਜਨਮ ਹੋਇਆ ਕੈਂਸਲ ਕਰ ਦਿੱਤਾ ਉਹਨੇ ਬਹੁਤ ਫਾਈਟ ਕੀਤਾ ਕਿ ਉਹਦੇ ਦਿਮਾਗ ਉਹਨੂੰ ਬ੍ਰੇਨ ਵਾਸ਼ ਕਰ ਲਿਆ ਸੀ ਉਹ ਛੋਟੀ ਸੀ ਉਹਨੂੰ ਗਲਤ ਚੀਜ਼ਾਂ ਦੇ ਕੇ ਆਪਣੇ ਵਾਸਤੇ ਕਰ ਲਿਆ ਸੀ ਉਹਦੇ ਲਈ ਕਾਫੀ ਔਰਤਾਂ ਦੇ ਮੁਹਿੰਮਾਂ ਨੇ ਵੀ ਲੜਾਈ ਕੀਤੀ ਕਿ ਏਦਾਂ ਹੋ ਗਿਆ ਹੋ ਸਕਦਾ ਹੈ ਪਰ ਫਿਰ ਵੀ ਉਹਨੂੰ ਅਲਾਉ ਕਰਤਾ ਉਹ ਕਿੰਨੀ ਲੜਾਈ ਤੋਂ ਬਾਅਦ ਕਿ ਉਹ ਕੰਟਰੀ 'ਚ ਵਾਪਸ ਆ ਜਾਏ ਉਹਨੂੰ ਸੇਫ ਹਾਊਸ 'ਚ ਰੱਖ ਦਿੱਤਾ ਪਰ ਨਹੀਂ ਉਹਨੂੰ ਹਜੇ ਤੱਕ ਇੱਥੋਂ ਦੀ ਜਿਹੜੀ ਆ ਮਤਲਬ ਉਹਦੀ ਸਿਟੀਜ਼ਨਸ਼ਿਪ ਨਹੀਂ ਮੋੜ ਕੇ ਦਿੱਤੀ ਕਹਿੰਦੇ ਨਹੀਂ ਤੈਨੂੰ ਲੋੜ ਨਹੀਂ ਹੋਣੇ ਦੀ
ਪਹਿਲਾਂ ਇਹਨੂੰ ਖਰਾਬ ਕਰਾ ਲਿਆ ਹੈ ਇੱਕ ਵਾਰੀ, ਹਨਾ। ਇਸ ਕਰਕੇ ਅਸੀਂ ਤਾਂ ਗੱਲ ਇੱਥੋਂ ਦੀ ਕਰਦੇ ਕਿ ਇੱਥੋਂ ਦੀ ਗਵਰਨਮੈਂਟ ਇੰਜ ਕਰਦੇ ਤੇ ਖੁਦਾ ਦੀ ਬਾਦਸ਼ਾਹੀ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹਦਾ ਖਿਆਲ ਨਾ ਕਰਨਾ, ਤੇ ਓਬਵੀਅਸਲੀ ਫਿਰ ਜੇ ਤੁਸੀਂ ਉਹਨੂੰ ਅਣਗਹਿਲੀ ਕਰੋਗੇ, ਇੱਕ ਵਾਰੀ ਲੈ ਕੇ ਸੋਚੋਗੇ ਕਿ ਅਸੀਂ ਤਾਂ ਮਸੀਹਾਂ ਦੇ ਘਰੇ ਜੰਮ ਪਏ ਆ ਤੇ ਇਸ ਕਰਕੇ ਸਾਡੀ ਤਾਂ ਹੁਣ ਟਿਕਟ ਪੱਕੀ ਆ, ਜੀ ਨਹੀਂ, ਇਹ ਬਿਲਕੁਲ ਵੀ ਨਹੀਂ ਹੈ। ਤੁਹਾਡੀ ਕੋਈ ਪੱਕੀ ਟਿਕਟ ਨਹੀਂ ਹੈਗੀ, ਕੱਚੀ ਤੋਂ ਵੀ ਕੱਚੀ ਹੈ ਜੇ ਤੁਸੀਂ ਆਪਣੇ ਆਪ ਦਾ ਵਿਰੋਧ, ਇਨਕਾਰ ਹਰ ਰੋਜ਼ ਨਹੀਂ ਕਰਦੇ। ਅਸੀਂ ਇਸ ਤੋਂ ਅੱਗੇ ਆ ਦੇਖਣਾ ਕਿ ਇੱਥੇ ਮਤਲਬ ਆਏ ਕਿਆ ਹੈਗਾ, ਇੱਥੇ ਗੱਲ ਹੋਈ ਆ ਬੈਤਸੈਦਾ ਦੀ ਤੇ ਸੂਰ ਤੇ ਸੈਦਾ ਦੀ, ਕਿ ਮਤਲਬ ਖੁਦਾ ਯਿਸੂ ਮਸੀਹ ਉੱਥੇ, ਕਿਉਂਕਿ ਇੰਨੇ ਉਹਨਾਂ ਨੇ ਅੱਜ ਦਾ ਬੈਤਸੈਦਾ ਤੇ ਸੂਰ ਸੈਦਾ ਕੌਣ ਆ, ਮੈਂ ਕਹਾਂਗੀ ਨਾ, ਜਿਹੜੇ ਨਹੀਂ ਯਰੂਸ਼ਲਮ ਚ ਹੈ ਭਾਈ, ਜਿਹੜੇ ਦੇਸ਼ ਦੇ ਵਿੱਚ ਤੁਸੀਂ, ਜਿਹੜੇ ਘਰ ਦੇ ਵਿੱਚ ਤੁਸੀਂ ਹਰ ਰੋਜ਼ ਮੋਜਦੇ ਹੁੰਦੇ ਦੇਖੇ ਆ, ਉੱਥੇ ਖੁਦਾ ਦਾ ਵਚਨ ਵੰਡ ਹੁੰਦਾ ਵੇਖਿਆ ਆ, ਉੱਥੇ ਲੋਕੀ ਬਦਲਦੇ ਦੇਖਿਆ। ਇਹਦੇ ਬਾਵਜੂਦ ਜੇ ਤੁਸੀਂ ਨਹੀਂ ਬਦਲੇ, ਉੱਥੋਂ ਸਿਰਫ ਇਹ ਕਹਿ ਕੇ ਉੱਠ ਖੜਿਆ, ਉੱਠ ਕੇ ਪਾਣੀ ਪੀ ਲਿਆ, ਚਾਹ ਪੀ ਲਈ, ਬਿਸਕਟ ਖਾ ਲਿਆ ਤੇ ਚੀਜ਼ਾਂ ਖਾ ਲਿਆ, ਸਿਰਫ ਮੀਟਿੰਗ ਨੂੰ ਇੱਕ ਸਿਰਫ ਇਸ ਚੀਜ਼ ਦਾ ਹਿੱਸਾ ਸਮਝਿਆ, ਤੇ ਖੁਦਾ ਇੱਥੇ ਕਹਿੰਦਾ ਹੈ ਕਿ ਤੁਹਾਡਾ ਹਾਲ ਉਦਣ ਸੂਰ ਤੇ ਸੈਦਾ ਨਾਲੋਂ ਦਾ ਜਿਹੜਾ ਝੱਲਣ ਜੋ ਹੋਊਗਾ, ਤੁਹਾਨੂੰ ਮਾਫੀ ਨਹੀਂ ਮਿਲਣੀ, ਉਹਨਾਂ ਨੂੰ ਮਿਲ ਜਾਣੀ ਸੀ ਜੇ ਉਹਨਾਂ ਨੂੰ ਇੰਨੇ, ਮਤਲਬ ਇੱਥੇ ਕਿਹਾ ਕਿ ਜੋ ਹੋਰ ਲੋਕੀ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਆ ਚੀਜ਼ਾਂ ਦੇਖਣ ਦਾ, ਉਹਨਾਂ ਨੂੰ ਤਾਂ ਮਿਲ ਜਾਣੀ ਸੀ ਮਾਫੀ, ਉਹਨਾਂ ਦਾ ਤਾਂ ਹਾਲ ਝੱਲਣ ਜੋ ਹੋਣਾ ਸੀ, ਪਰ ਤੁਹਾਨੂੰ ਨਹੀਂ ਮਿਲਣੀ ਕਿਉਂਕਿ ਤੁਸੀਂ ਸੜੋਗੇ, ਕਿਉਂਕਿ ਤੁਹਾਡੇ ਘਰੇ, ਮਤਲਬ ਇੱਥੇ ਸੂਰ ਸੈਦਾ ਦੀ ਗੱਲ ਹੋਈ ਆ, ਲੋਕਾਂ ਦੀ ਗੱਲ ਹੋਈ, ਤੁਹਾਡੇ ਘਰੇ ਮੌਜੇ ਕੀਤੇ ਗਏ, ਇਹਨਾਂ ਲੋਕਾਂ ਨੂੰ ਕਿਹਾ ਗਿਆ ਤੁਹਾਡੇ ਘਰੇ ਹਾਲ ਬਦਲਿਆ ਗਿਆ, ਪਰ ਇਹਦੇ ਬਾਵਜੂਦ ਤੁਸੀਂ ਨਹੀਂ ਬਦਲੇ, ਤੁਸੀਂ ਨਹੀਂ ਨੱਚੇ, ਮੈਂ ਤਾਂ ਬਥੇਰੀ ਮੌਸੀ ਵਜਾਈ, ਤੁਸੀਂ ਨਹੀਂ ਪਿੱਟੇ, ਮੈਂ ਤਾਂ ਬਥੇਰਾ ਸਿਆਪਾ ਕੀਤਾ। ਇੱਥੇ ਖੁਦਾ ਵੀ ਯਿਸੂ ਮਸੀਹ ਦੇ ਵਚਨ ਹੈ, ਹਨਾ। ਅਸੀਂ ਅੱਗੇ ਜਾ ਕੇ ਦੇਖਦੇ ਕਫਰਨਹੂਮ ਨੂੰ ਵੀ ਉਹਨਾਂ ਨੇ ਆਹ ਗੱਲ ਕਹੀ ਆ, ਹਨਾ, ਬੈਤਸੈਦਾ ਨੂੰ ਵੀ ਕਹੀ ਤੇ ਸੂਰ ਨੂੰ ਵੀ ਕਹੀ ਆ। ਖੁਦਾ ਮਤਲਬ ਇੱਥੇ ਦਰਦ ਇੰਨਾ ਰੱਖਦੇ ਆ ਨਾ ਉਹਨਾਂ ਦੇ ਲਈ ਦਿਲ ਦੇ ਵਿੱਚ ਕਿ ਉਹ ਨਹੀਂ ਚਾਹੁੰਦੇ ਇੱਕ ਵੀ ਉਹਦਾ ਨੁਕਸਾਨ, ਪਰ ਜਦੋਂ, ਕਿਉਂਕਿ ਸ਼ੈਤਾਨ ਨੂੰ ਲੋਕੀ ਪਿਆਰ ਬਹੁਤ ਕਰਦੇ ਆ, ਅਫਸੋਸ ਦੀ ਗੱਲ ਇਹ ਆ ਕਿ ਉਹਦੀ ਚਿਕਨੀਆਂ ਚੋਪੜੀਆਂ ਗੱਲਾਂ ਨੂੰ ਪਿਆਰ ਕਰਦੇ ਆ, ਉਹਦੇ ਇਹ ਨਹੀਂ ਦੇਖਦੇ ਕਿ ਉਹ ਕਿੱਥੋਂ ਸਿੱਟਿਆ ਗਿਆ ਤੇ ਉਹ ਆਪਣਾ ਬਦਲਾ ਲੈਣ ਲਈ ਹਰ ਕਿਸੇ ਜਾਨ ਦਾ ਨੁਕਸਾਨ ਕਰਨ ਨੂੰ ਤਿਆਰ ਹੈ, ਹਨਾ। ਪਰ ਲੋਕੀ ਇਹ ਸਮਝਦੇ ਨਹੀਂ, ਹਨਾ, ਦੁਨੀਆ ਸਮਝਦੀ ਨਹੀਂ। ਅਸੀਂ ਇੱਥੇ ਦੇਖਦੇ ਹਾਂ ਕਿ ਜੇ ਮਤਲਬ ਖੁਦਾ ਇੱਥੇ ਮਤਲਬ ਜਿੱਦਾਂ ਨਹੀਂ ਕਹਿੰਦੇ ਕਿ ਇੱਕ ਮਾਂ ਆਪਣੀਆਂ ਬਾਹਾਂ ਖੋਲ ਕੇ ਬੱਚੇ ਨੂੰ ਬੁਲਾਉਂਦੀ ਆ, ਫਿਰ ਕਹਿੰਦੇ ਆਓ ਮੇਰੇ ਕੋਲ, come to me। ਇੱਥੇ ਖੁਦਾ 11ਵੇਂ ਚੈਪਟਰ ਦੀ ਇਸੇ ਦੀ ਜਿਹਨੂੰ ਪੜਿਆ ਤੇ 28ਵੀਂ ਅੱਜ ਕਹਿੰਦਾ ਭਾਰ ਦੇ ਥੱਕੇ ਲੋਕੋ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਸੁੱਖ ਤੇ ਆਰਾਮ ਦਊਂਗਾ, ਨਾ ਤੜਪੋ, ਨਾ ਆਪਣੇ ਆਪ ਨੂੰ, ਆਪਣੀ ਰੂਹ ਨੂੰ ਵੇਚੋ ਲੋਕਾਂ ਦੇ ਵਿੱਚ, ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਸੁੱਖ ਤੇ ਆਰਾਮ ਦਊਂਗਾ। ਮੇਰਾ ਜੂਆ ਜਿਹੜਾ ਜਿਹਦੇ ਉੱਤੇ ਬਲਦਾਂ ਨੂੰ ਮਤਲਬ ਟਿੱਕੇ, ਜਦੋਂ ਦੋ ਬਲਦ ਹੁੰਦੇ ਉੱਤੇ ਇੱਕ ਜੂਆ ਰੱਖਿਆ ਹੁੰਦਾ, ਫਿਰ ਉਹਦੇ ਪਿੱਛੇ ਗੱਡਾ ਹੁੰਦਾ, ਤੁਸੀਂ ਸ਼ਾਇਦ ਨਾ ਜਾਣੋਗੇ, ਮੈਂ ਜੱਟਾਂ ਦੀ ਕੁੜੀ, ਮੈਨੂੰ ਪਤਾ ਸਾਰਾ, ਹਨਾ, ਤੇ ਮਤਲਬ ਉਹ ਕਾਫੀ ਸਖਤ ਹੁੰਦਾ ਆ ਨਾ, ਤੇ ਕਹਿੰਦੇ ਮੇਰਾ ਹਲਕਾ। ਦਰਅਸਲ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਦੀ ਹਾਂ, ਖੁਦਾ ਯਿਸੂ ਮਸੀਹ ਨਾ ਤਰਖਾਣ ਦੇ ਪੁੱਤਰ ਹੈਗੇ ਆ, ਹਾਲਾਂਕਿ ਖੁਦਾ ਯਿਸੂ ਮਸੀਹ ਖੁਦਾ ਦੇ ਪੁੱਤਰ ਆ, ਤਰਖਾਣ ਦੇ ਇਸ ਤਰ੍ਹਾਂ ਪੁੱਤਰ ਹੈ ਕਿਉਂਕਿ ਜਿਹੜਾ ਯੂਸਫ ਹੈਗਾ ਹੈ ਨਾ, ਉਹ ਐਕਚੁਅਲੀ ਤਰਖਾਣ ਸੀ। ਖਾਸ ਮੈਂ ਉਹ ਜਗ੍ਹਾ ਵੀ ਦੇਖੀ ਜਿੱਥੇ ਉਹ ਲੱਕੜੀ ਦਾ ਕੰਮ ਕਰਦੇ ਸੀ। ਖੁਦਾ ਯਿਸੂ ਮਸੀਹ ਐਕਚੁਅਲੀ ਜਿਹੜੇ ਬਣਾਉਂਦੇ ਸੀ ਨਾ ਲੱਕੜੀ ਦੀਆਂ ਚੀਜ਼ਾਂ ਜਿਹੜੀਆਂ, ਉਹਨਾਂ ਉਹ ਜੂਏ ਹੀ ਬਣਾਉਂਦੇ ਸੀਗੇ, ਹਨਾ, ਤੇ ਵਾਕਈ ਉਹਨਾਂ ਦੇ ਜਿਹੜੇ ਜੂਏ ਆ ਉਹ ਇੰਨੇ ਹਲਕੇ ਤੇ ਇੰਨੇ ਜਿਹੜੀ ਇਹੋ ਜਿਹੀ ਲੱਕੜੀ ਇਸਤੇਮਾਲ ਕਰਦੇ ਸੀ ਜਿਹੜੀ ਹਲਕੀ ਫੁੱਲ ਵਰਗੀ, ਕਿ ਉਹਨਾਂ ਦਾ ਉਹ ਵਾਕਈ ਹਲਕੇ ਸੀ। ਇੱਥੇ ਉਸ ਜੂਏ ਦੀ ਵੀ ਗੱਲ ਹੈਗੀ ਆ, ਪਰ ਐਕਚੁਅਲੀ ਉਸ ਜੂਏ ਤੋਂ ਉੱਪਰ ਉੱਠ ਕੇ ਸਾਡੀਆਂ ਜ਼ਿੰਦਗੀਆਂ ਦੀਆਂ ਮੁਸੀਬਤਾਂ ਦੇ ਜੂਏ ਦੀ ਗੱਲ ਆ ਇੱਥੇ। ਮਤਲਬ ਕਿਉਂਕਿ ਇੱਥੇ ਤਾਂ ਉਹ ਤਾਂ ਸੱਚੀ ਹਲਕਾ ਹੈ ਹੀ ਹੈ ਸੀ ਜਿਹੜਾ ਬਣਾਉਂਦੇ ਸੀ, ਪਰ ਉਹ ਮੁਸੀਬਤਾਂ ਦੇ ਜੂਏ ਦੀ ਵੀ ਗੱਲ ਕੀਤੀ ਉਹਨਾਂ ਨੇ ਕਿ ਜਿਹੜਾ ਮੇਰਾ ਜੂਆ ਹਲਕਾ ਆ, ਤੁਸੀਂ ਆ ਕੇ ਮਤਲਬ ਆਪਣਾ ਜਿਹੜਾ ਮੈਨੂੰ ਦੇ ਦਿਓ ਤੇ ਮੇਰਾ ਲੈ ਲਓ, ਕਿਉਂਕਿ ਉਹਦੇ ਵਿੱਚ ਤਾਂ ਇਹ ਨਹੀਂ ਸੀ ਕਹਿੰਦੇ ਕਿ ਆਪਣਾ ਮੈਨੂੰ ਦੇ ਦਿਓ ਤੇ ਮੈਨੂੰ ਲੈ ਲਓ, ਉਹ ਤੇ ਉਹਨਾਂ ਦੀ ਇੱਕ, ਉਹਨਾਂ ਨੇ ਉਹ ਵੀ ਸਿੱਖਿਆ ਕਰਨਾ ਕੰਮ, ਨਾ। ਅਸੀਂ ਆਪਣੇ ਬੱਚਿਆਂ ਨੂੰ ਕਈ ਵਾਰੀ ਆਪਣੀ ਜਿਹੜੀ ਚੀਜ਼, ਸਾਨੂੰ ਕੁਛ ਵਜਾਉਣਾ ਆਉਂਦਾ ਹੋਵੇ ਜਾਂ ਕੁਛ ਲਿਖਣਾ ਆਉਂਦਾ ਹੋਵੇ, ਆਟੋਮੈਟਿਕਲੀ ਸਾਡੀ ਲੈਗੇਸੀ ਸਾਡੇ ਬੱਚੇ ਸੰਭਾਲਦੇ ਆ ਨਾ, ਤੇ ਇੱਥੇ ਉਹਨਾਂ ਨੇ ਆਟੋਮੈਟਿਕਲੀ ਦੁਨਿਆਵੀ ਲੈਗੇਸੀ ਵੀ ਆਪਣੇ ਮਤਲਬ ਜਿਹੜੀ ਆਪਣੇ ਪੇਰੈਂਟਸ ਦੀ ਸੰਭਾਲੀ, ਪਰ ਜਿਹੜੀ ਹੁਣ ਖੁਦਾ ਦੀ ਜਿਹੜੀ ਲੈਗੇਸੀ ਇਹਦੇ ਵਿੱਚ ਜਿਹਦੇ ਉਹ ਪੁੱਤਰ ਹੈਗੇ ਆ, ਉਹਨਾਂ ਦੀ ਹੈਗੀ ਸੀਗੀ ਕਿ ਆਪਣੇ ਪਾਪ ਜਿਹੜਾ ਲਈ ਉਹ ਦੁਨੀਆ ਤੇ ਆਏ ਮੈਨੂੰ ਦੇ ਦਿਓ ਤੇ ਮੇਰੇ ਕੋਲੋਂ ਖੁਸ਼ੀ ਸਦਾ ਜ਼ਿੰਦਗੀ ਲੈ ਲਓ।
ਹਨਾ। ਇਹਦੇ ਵਿੱਚ ਸਾਨੂੰ ਅਸੀਂ ਯਹੋਨਾ ਜਿਹੜਾ ਗੋਸਪਲ ਆਫ ਜੌਨ ਉਹਦੇ 10ਵੇਂ ਚੈਪਟਰ ਦੀ 10ਵੇਂ ਆਇਤ ਦੇ ਵਿੱਚ ਅਸੀਂ ਇਹਨੂੰ ਠੀਕ ਤਰੀਕੇ ਨਾਲ ਪੜ੍ਹ ਸਕਦੇ ਹਾਂ, ਤਾਂ ਕਿ ਸਾਨੂੰ ਮਤਲਬ ਆ ਜਿਹੜੀਆਂ ਹੁਣੇ ਅਸੀਂ ਚੀਜ਼ਾਂ ਡਿਸਕਸ ਕੀਤੀਆਂ ਉਹਨਾਂ ਦੇ ਬਾਰੇ ਵਿੱਚ ਤੁਸੀਂ ਇਹਨਾਂ ਨੂੰ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਪੜ੍ਹ ਵੀ ਸਕਦੇ ਹੋ ਨਾ, ਤਾਂ ਕਿ ਤੁਹਾਨੂੰ ਮੈਂ ਇਹਨਾਂ ਨੂੰ ਸਾਰਿਆਂ ਨੂੰ ਨਹੀਂ ਪੜ੍ਹਿਆ ਨਾ। ਕਈ ਵਾਰੀ ਕੀ ਹੁੰਦਾ ਕਿ ਤੁਸੀਂ ਪੜ੍ਹਨ ਤਾਂ ਬੈਠ ਜਾਂਦੇ ਹੋ ਨਾ, ਪਰ ਜਿਹੜਾ ਤੁਹਾਡਾ ਦਿਮਾਗ ਆ, ਦਿਲ, ਅਸੀਂ ਪਹਿਲਾਂ ਵੀ ਦੀ ਗੱਲ ਕੀਤੀ, ਉਹ ਹੋਰ ਕਿਤੇ ਮਤਲਬ ਉੱਥੇ ਫਲਾਣੇ ਥਾਂ ਦੇ ਉੱਤੇ ਝੂਟੇ ਲੈਣ ਵਾਲੀ ਮਸ਼ੀਨ ਆ ਲੱਗੀ ਹੋਈ ਹੈ ਨਾ, ਰੋਲਿੰਗ ਕਾਸਟ ਲੱਗੀ ਹੋਈ ਆ ਹਨਾ, ਉੱਥੇ ਪਹੁੰਚਿਆ ਹੁੰਦਾ ਹੈ। ਜਾਂ ਸਾਡਾ ਅਸੀਂ ਕੱਲ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਅਸੀਂ ਆਪਣੇ ਦਿਮਾਗ ਨੂੰ ਮਤਲਬ ਜਿਹੜੇ ਖਿਆਲ ਆ ਉਹਨਾਂ ਨੂੰ ਕਿਸ ਤਰ੍ਹਾਂ ਰੋਕਣਾ ਆ, ਕਿ ਕਿਸ ਤਰ੍ਹਾਂ ਅਸੀਂ ਸ਼ੈਤਾਨ ਨੂੰ ਉਹਦੀ ਜਿਹੜੀ ਤੁਹਾਨੂੰ ਸੋਚਦਾ ਕਿ ਤੁਹਾਡੀ ਜਿਹੜੀ ਥਿੰਕਿੰਗ ਅਬਿਲਿਟੀ ਉਹਨੂੰ ਉਹਦੀ ਸੋਚ ਤੁਹਾਡੇ ਦਿਮਾਗ ਦੇ ਵਿੱਚ ਤਾਂ ਇੰਜੈਕਟ ਕਰੀ ਜਾਂਦਾ ਤੁਹਾਡੇ ਹੱਥਾਂ ਦੇ ਵਿੱਚ ਆਪਣੇ ਮਤਲਬ ਉਹਨਾਂ ਨੂੰ ਫਰਾਈ ਜਾਂਦਾ ਏਦਾਂ, ਪਰ ਤੁਸੀਂ ਉਹਨੂੰ ਕਿੱਦਾਂ ਓਵਰਕਮ ਕਰਨਾ ਹੈ। ਅਸੀਂ ਕੱਲ ਇਹ ਸਿੱਖਿਆ ਸੀ ਕਿ ਤੁਸੀਂ ਕੱਲ ਦਾ 7 ਜਿਹੜੇ ਪੁਆਇੰਟ ਡਿਸਕਸ ਕੀਤੇ ਸੀ, ਅੱਜ ਅਸੀਂ 3 ਪੁਆਇੰਟ ਡਿਸਕਸ ਕਰਨੇ ਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਮਤਲਬ ਉਹਨਾਂ ਹੀ ਜਿਹੜੇ ਕੱਲ 7 ਕੀਤੇ ਸੀ ਅੱਜ 3 ਬਾਕੀ ਆ ਹਨਾ, ਮਤਲਬ ਅੱਜ ਅਸੀਂ ਉਹ ਕਰਨੇ ਹੈਗੇ 3 ਦੇ ਵਿੱਚ ਹਨਾ। ਅਸੀਂ ਇਹ ਦੇਖਿਆ ਹੈ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਜਾਣਦੇ ਹਾਂ ਕਿ ਪ੍ਰਭੂ ਸਾਡਾ ਯਾਲੀ ਹੈ, ਅਸੀਂ ਮਤਲਬ 23 ਚੈਪਟਰ ਜਿਹੜਾ ਹੈਗਾ ਜ਼ਬੂਰ ਦਾ, ਉਹ ਜ਼ਬੂਰ 23 ਉਹਨੂੰ ਸਾਰੇ ਪੜ੍ਹਦੇ ਆ ਕਿ ਪ੍ਰਭੂ ਮੇਰਾ ਯਾਲੀ ਮੈਨੂੰ ਕਿਸੇ ਤੋਂ ਨਹੀਂ ਹੋਊਗੀ, ਪਰ ਫਿਰ ਵੀ ਉਹਨਾਂ ਨੂੰ ਥੋੜਾ ਹੈਗੀ ਆ ਸੁੱਖ ਸ਼ਾਂਤੀ ਦੀ, ਘਰ ਦੇ ਵਿੱਚ ਜਿਹੜੀ ਆ ਉਹ ਬਰਕਤ ਦੀ, ਫਿਰ ਉਹਨਾਂ ਦੇ ਘਰ ਦੇ ਵਿੱਚ ਰਿਸ਼ਤਿਆਂ ਦੀ, ਹੋਰ ਉਹਨਾਂ ਦੀ ਚੀਜ਼ਾਂ ਸਿਹਤਮੰਦੀ ਦੀ ਹਨਾ, ਹਰ ਚੀਜ਼ ਉਹਨਾਂ ਨੂੰ ਥੋੜਾ ਹੈਗੀ ਆ। ਕਿਉਂ ਆ ਥੋੜਾ, ਅਸੀਂ ਅੱਜ ਇੱਕ ਤਾਂ ਐਸੇ ਡਿਸਕਸ ਕਰਨਾ ਹੈ ਕਿ ਇੰਟਰਸਟਿੰਗ ਚੀਜ਼ ਹੈ। ਮੈਂ ਤਾਂ ਹੁਣ ਮਤਲਬ ਓਬਵੀਅਸਲੀ ਵਚਨ ਵੰਡ ਰਹੀ ਹਾਂ, ਇਸ ਕਰਕੇ ਮੈਨੂੰ ਤਾਂ ਬੋਲਣਾ ਜ਼ਰੂਰੀ ਹੈ, ਪਰ ਇੱਥੇ ਜਿਹੜਾ ਨੰਬਰ 7 ਜਿਹੜਾ ਕੱਲ ਤੋਂ ਮੈਂ ਡਿਸਕਸ ਕੀਤਾ ਸੀ, ਉਸ ਤੋਂ ਪਿੱਛੇ ਮੈਂ ਨੰਬਰ 8 ਤੇ ਆਉਣੀ ਆ। God gave us one mouth and 2 ears, ਕਿਉਂਕਿ ਉਸ ਖੁਦਾ ਨੇ ਸਾਨੂੰ ਇੱਕੋ ਹੀ ਮੂੰਹ ਦਿੱਤਾ ਤੇ ਕੰਨ ਦਿੱਤੇ ਆ 2। ਕਿਉਂ ਏਦਾਂ ਕੀਤਾ ਉਹਨੇ? ਖੁਦਾ ਨੇ ਇਸ ਕਰਕੇ 2 ਕੰਨ ਦਿੱਤੇ ਆ ਕਿ ਅਸੀਂ ਜੋ ਕੁਛ ਸਾਡੇ ਲਈ ਸੁਣਨਾ ਜ਼ਰੂਰੀ ਆ, ਅਸੀਂ ਜ਼ਰੂਰ ਸੁਣੀਏ। ਉਹ ਦੁਨੀਆਦਾਰੀ ਦੀ ਗੱਲ ਜਿਹੜੀ ਬੇਸ਼ੱਕ ਦੀ ਇਸ ਕੰਨ ਨਾਲ ਸੁਣ ਵੀ ਲਈ ਆ, ਤੇ ਇਸ ਕੰਨ ਨਾਲ ਖੁਦਾ ਦੀ ਗੱਲ ਸੁਣ ਕੇ ਤੇ ਡਿਸੀਜਨ ਸਾਡਾ ਮਨ ਖੁਦਾ ਦੀ ਜਿਹੜੀ ਮਰਜ਼ੀ ਦੇ ਮੁਤਾਬਕ ਹੀ ਲਵੇ ਹਨਾ। ਪਰ ਅਸੀਂ ਏਦਾਂ ਹੁੰਦਾ ਨੀਗਾ ਕਿ ਮਤਲਬ ਲੋਕੀ ਨੋਰਮਲੀ ਕੀ ਕਰਦੇ ਆ, ਅਸੀਂ ਇਹਦੀ ਡੀਪ ਡਾਊਨ ਚਲੇ ਜਾਈਏ ਤੇ ਜਿਹੜੇ ਗੀਤ ਲਿਖਦੇ ਆ ਜਾਂ ਕਿਤਾਬਾਂ ਲਿਖਦੇ, ਮੈਂ ਵੀ ਉਹਨਾਂ ਚੋਂ ਇੱਕ ਆ ਮਤਲਬ ਹਨਾ, ਮਤਲਬ ਕੀ ਹੁੰਦਾ, ਉਹ ਦਰਅਸਲ ਇਸ ਕਰਕੇ ਲਿਖਦੇ ਆ, ਇਸ ਕਰਕੇ ਫਿਲਮਾਂ ਵੀ ਲੋਕੀ ਬਣਾਉਂਦੇ ਕਿ ਉਹਨਾਂ ਦੇ ਅੰਦਰ ਇੱਕ ਚੀਜ਼ ਚਾਹੁੰਦੇ ਕਿ ਅਸੀਂ ਸੁਣੇ ਜਾਈਏ, ਸਾਨੂੰ ਸੁਣਿਆ ਜਾਵੇ, ਸਾਨੂੰ ਸਮਝਿਆ ਜਾਵੇ। ਤਾਂ ਜਦੋਂ ਕਿ ਉਹਨਾਂ ਨੂੰ ਕੰਨ 2 ਦਿੱਤੇ ਹੋਏ ਸੁਣਨ ਲਈ, ਕਿ ਉਹਨਾਂ ਨੂੰ ਸੁਣਨਾ ਚਾਹੀਦਾ, ਉਹਨਾਂ ਨੂੰ ਸਮਝਣਾ ਚਾਹੀਦਾ, ਤੇ ਉਹਨਾਂ ਨੂੰ ਸੁਣ ਕੇ ਇਹਨਾਂ ਕੰਨਾਂ ਨਾਲ ਖੁਦਾ ਦੀ ਗੱਲ ਨੂੰ ਸਮਝ ਕੇ ਫਿਰ ਦਿਲ ਦੇ ਨਾਲ, ਤੇ ਫਿਰ ਆ ਜਿਹੜੀ ਚੀਜ਼ ਦਿੱਤੀ ਹੈ ਇਹਦਾ ਇਸਤੇਮਾਲ ਕਰਨਾ ਚਾਹੀਦਾ। ਪਰ ਇਹ ਹੁੰਦਾ ਨਹੀਂ। ਨੋਰਮਲੀ ਜਿਹੜੇ ਵੱਡੀ ਉਮਰ ਦੇ ਲੋਕੀ ਆ, ਉਹ ਖਾਸ ਕਰ ਇਸ ਚੀਜ਼ ਉੱਤੇ ਨਹੀਂ ਕੰਮ ਕਰਦੇ। ਉਹ ਸੁਣ ਕੇ ਖੁਦਾ ਦੀ ਗੱਲ, ਪੜ੍ਹ ਕੇ, ਸੁਣ ਕੇ, ਸਮਝ ਕੇ ਦਿਲ ਨਾਲ, ਫਿਰ ਮੂੰਹ ਦੇ ਵਿੱਚੋਂ ਬੋਲਣਾ, ਇਹ ਨਹੀਂ ਉਹ ਕਰਦੇ। ਛੋਟੀ ਉਮਰ ਦੇ ਵੀ ਨਹੀਂ ਕਰਦੇ ਹਨਾ। ਮਤਲਬ ਅਸੀਂ ਇਹ ਦੇਖਿਆ ਕਿ ਜਦੋਂ ਅਸੀਂ ਆਹ ਚੀਜ਼ ਕਰਨਾ ਸ਼ੁਰੂ ਹੋ ਗਏ, ਆ ਜਿਹੜਾ ਅੱਜ ਵਚਨ ਅਸੀਂ ਸੁਣਿਆ, ਕੱਲ ਵੀ ਸੁਣਿਆ ਸੀ, ਇਹਨੂੰ ਸੁਣ ਕੇ ਦੋਨਾਂ ਕੰਨਾਂ ਦੇ ਨਾਲ ਮੈਂ ਬੋਲ ਰਹੀ ਹਾਂ ਨਾ ਤੁਹਾਨੂੰ, ਤੁਸੀਂ ਦੇਖ ਵੀ ਰਹੇ ਹੋ, ਫਿਰ ਖੁਦਾ ਦੀ ਮਰਜ਼ੀ ਦੇ ਨਾਲ ਉਹਦੇ ਕੋਲੋਂ ਮੰਗ ਕੇ ਤਾਕਤ ਤੇ ਆਪਣੇ ਜ਼ੁਬਾਨ ਦਿੱਤੇ ਉਹਦਾ ਪੈਰਾ, ਤੇ ਫਿਰ ਤੁਸੀਂ ਮੂੰਹ ਖੋਲਣਾ, ਤੇ ਫਿਰ ਤੁਸੀਂ ਮੂੰਹ ਦੇ ਵਿੱਚੋਂ ਬੋਲਣਾ ਨਾ। ਪਰ ਅਸੀਂ ਕਈ ਵਾਰੀ ਅਕਸਰ ਕੀ ਕਰਦੇ ਆ ਕਿ ਖਾਸ ਕਰਕੇ ਅਸੀਂ ਔਰਤਾਂ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਅਸੀਂ ਮਤਲਬ ਬੋਲਦੀਆਂ, ਦੇਖੋ ਹੁਣ ਮੈਂ ਵੀ ਕਾਫੀ ਬੋਲ ਰਹੀ ਹਾਂ, ਪਰ ਮੇਰਾ ਪਰਪਸ ਹੈ ਕਿਉਂਕਿ ਮੈਂ ਐਕਚੁਅਲੀ ਤੁਹਾਡੇ ਨਾਲ ਕਲਾਮ ਸਾਂਝਾ ਕਰ ਰਹੀ ਨਾ। ਐਂਡ ਪਰ ਕੀ ਹੈ ਕਿ ਜਦੋਂ ਅਸੀਂ ਬਹੁਤ ਬੋਲਦੇ ਆ ਤੇ ਸਾਨੂੰ ਕੀ ਆ, ਸਾਨੂੰ ਸਾਡੇ ਹਸਬੈਂਡ ਜਾਂ ਕਈ ਵਾਰੀ ਉਹ ਸਾਡੀਆਂ ਸਾਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਬੋਲੀ ਜਾਣਾ, ਅਸੀਂ ਤਾਂ ਬਹੁਤ ਹੀ ਬੋਲੀ ਜਾਣਾ, ਅਸੀਂ ਹਰ ਗੱਲ ਦੱਸਣੀ ਉਹਨਾਂ ਨੂੰ, ਸਬਜ਼ੀ ਕਿੱਥੋਂ ਬਣਾਈ, ਆਹ ਕੀ ਖਾਧਾ, ਆਹ ਕੀ ਨਹੀਂ ਖਾਧਾ। ਤੇ ਅਸੀਂ ਮਤਲਬ ਦੀ ਗੱਲ ਹੈ ਨਾ, ਕਈ ਵਾਰੀ ਉਹਦੀ ਛਾਣਬੀਨ ਨਹੀਂ ਅਸੀਂ ਸਹੀ ਤਰੀਕੇ ਨਾਲ ਕਰਦੇ, ਕਿਉਂਕਿ ਅਸੀਂ ਅਪਲੋਡ ਕਰਨ ਲੱਗ ਪੈਂਦੇ ਆਪਣੇ ਹਸਬੈਂਡ ਦੇ ਉੱਤੇ ਨਾ। ਤਾਂ ਇਸ ਕਰਕੇ ਜਾਂ ਭੈਣਾਂ ਭਰਾਵਾਂ ਉੱਤੇ ਵੀ ਮੇਨ ਅਸੀਂ ਹਸਬੈਂਡ ਤੇ ਕਰਦੇ ਆ ਨਾ, ਤੇ ਇਸ ਕਰਕੇ ਉਹ ਸਾਡੀ ਜਿਹੜੀ ਫਿਰ ਜ਼ਰੂਰਤ ਦੀ ਗੱਲ ਹੈ ਉਹ ਵੀ ਨਹੀਂ ਸੁਣਦੇ ਕਈ ਵਾਰੀ, ਜਿਹੜੀ ਕਿ ਉਹਨਾਂ ਨੂੰ ਸੁਣਨੀ ਚਾਹੀਦੀ ਆ। ਪਰ ਜੇ ਅਸੀਂ ਉਹੀ ਕੰਮ, ਜੇ ਅਸੀਂ ਆਫਲੋਡ ਵਾਲਾ ਕੰਮ ਵੀ ਕਰਨਾ ਆ, ਅਸੀਂ ਖੁਦਾ ਉੱਤੇ ਕਰ ਲਈਏ, ਹਸਬੈਂਡ ਤੇ ਨਾ ਕਰੀਏ,
ਦੋਨਾਂ ਕੰਨਾਂ ਨਾਲ ਸੁਣ ਕੇ ਪਹਿਲਾਂ ਹਨਾ ਅਸੀਂ ਖੁਦਾ ਦੀ ਮਰਜ਼ੀ ਨੂੰ ਸਮਝ ਕੇ ਕਲਾਮ ਨੂੰ ਫਿਰ ਅਸੀਂ ਹਸਬੈਂਡ ਨੂੰ ਵੀ ਕਹੀਏ ਤੇ ਫਿਰ ਉਹ ਸ਼ਾਇਦ ਸਾਡੀ ਉਸ ਗੱਲ ਨੂੰ ਖੁਦਾ ਦੀ ਮਰਜ਼ੀ ਦੇ ਨਾਲ ਉਹਦੀ ਬਖਸ਼ਿਸ਼ ਨਾਲ ਜ਼ਿਆਦਾ ਸੁਣਨਗੇ ਹਨਾ। ਐ ਤੇ ਮੈਂ ਮਤਲਬ ਸਾਡੇ ਵਾਸਤੇ ਗੱਲ ਕੀਤੀ ਹੈ। ਪਰ ਹੁਣ ਮੈਂ ਹਸਬੈਂਡਸ ਲਈ ਵੀ ਕਹਿੰਦੀ ਹਾਂ ਜਿਹੜੇ ਕਿ ਪਤੀ ਆ ਨਾ, ਉਹ ਅਗਰ ਉਹਨਾਂ ਦੀ ਪਤਨੀ ਆ ਉਹਨਾਂ ਨੂੰ ਹਰ ਵੇਲੇ ਬੋਲੀ ਵੀ ਜਾਂਦੀਆਂ ਕੁਛ ਕਹੀ ਵੀ ਜਾਂਦੀਆਂ ਤੇ ਓਬਵੀਅਸਲੀ ਉਹਨੂੰ ਜ਼ਰੂਰਤ ਹੈ ਕਿ ਕੁਛ ਉਹ ਚੀਜ਼ ਜਿਹੜੀ ਖੁਦਾਵੰਦ ਯਿਸੂ ਮਸੀਹ ਨੇ ਵੀ ਉਹਨਾਂ ਨੂੰ ਬੜੇ ਦਰਦ ਦੇ ਨਾਲ ਤਕਲੀਫ ਵੀ ਇਸ ਚੀਜ਼ ਦੀ ਮੰਨੀ, ਪਰ ਤਾਂ ਵੀ ਉਹਨਾਂ ਨੇ ਦੱਸਿਆ, ਉਹਨਾਂ ਨੂੰ ਕਿਹਾ, ਆਪਣਾ ਦਰਦ ਦੱਸਿਆ ਕਿ ਮੈਂ ਤੁਹਾਡੇ ਲਈ ਆਹ ਕੀਤਾ ਤੁਸੀਂ ਫਿਰ ਵੀ ਨਹੀਂ ਕਰ ਰਹੇ ਨਾ। ਤਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਕਿਹਨੂੰ ਹੋਰ ਕਹਿਣਗੇ। ਅਗਰ ਹਸਬੈਂਡ ਤੇ ਵਾਈਫ ਨੂੰ ਇੱਕ ਜਿਸਮ ਬਣਾ ਦਿੱਤਾ ਗਿਆ ਤੇ ਉਹ ਉਹਨੂੰ ਹੀ ਦੱਸਣਗੇ ਨਾ ਸਾਰਾ ਕੁਝ, ਤੇ ਉਹਨਾਂ ਨੂੰ ਆਪਣੇ ਕੰਨਾਂ ਦੋਨਾਂ ਆਹ ਜਿਹੜੇ ਕੰਨ ਆ ਹਸਬੈਂਡਸ ਲਈ ਹੋਰ ਤਰੀਕੇ ਦੇ ਨਾਲ ਇਹ ਆ, ਉਹ ਦੋਨਾਂ ਕੰਨਾਂ ਨਾਲ ਸੁਣਨ ਆਪਣੀ ਵਾਈਫ ਦੀ ਗੱਲ ਨੂੰ, ਇਸ ਕੰਨ ਨਾਲ ਵੀ ਸੁਣਨ ਇਸ ਨਾਲ ਵੀ ਸੁਣਨ, ਸੁਣਦੇ ਰਹਿਣ ਸੁਣਦੇ ਰਹਿਣ ਸੁਣਦੇ ਰਹਿਣ ਤੇ ਫਿਰ ਸਾਰਾ ਕੁਝ ਸੁਣ ਕੇ ਫਿਰ ਖੁਦਾ ਦੇ ਅੱਗੇ ਰੱਖ ਕੇ ਕਿ ਖੁਦਾਵੰਦ ਹੁਣ ਮੈਨੂੰ ਅੰਡਰਸਟੈਂਡਿੰਗ ਦੇ, ਠਹਿਰਾਓ ਦੇ, ਤਸੱਲੀ ਦੇ, ਤਾਂ ਕਿ ਉਹਦੇ ਜੋ ਕੁਝ ਮੈਨੂੰ ਕਵਾਂ ਉਹਦੇ ਨਾਲ ਬੋਲਾਂ ਤੇ ਉਹਨਾਂ ਦੀ ਆਪਸ ਦੇ ਵਿੱਚ ਖਿਟਪਿਟ ਕਦੀ ਨਹੀਂ ਫਿਰ ਹੋਏਗੀ ਨਾ। ਅੱਛਾ ਇਹ ਤੇ ਹੋਈ। ਹੁਣ ਦੂਸਰੀ ਜਿਹੜੀ ਗੱਲ ਹੈਗੀ ਸੱਸਾਂ ਸਹੁਰਿਆਂ ਦੀ ਤੇ ਉਹਨਾਂ ਦੇ ਵੀ, ਉਹ ਵੀ ਕੀ ਕਰਦੇ ਕਈ ਵਾਰੀ ਉਹਨਾਂ ਕੋਲ ਡਿਫਰੈਂਟ ਤਜਰਬੇ ਦੀ ਅਗਰ ਨੂੰਹ ਆ ਜਾਂਦੀ ਜਿਹਦੇ ਕੋਲ ਤਜਰਬਾ ਨਹੀਂ ਹੈਗਾ ਉਹਨਾਂ ਦੀ ਜ਼ਿੰਦਗੀ ਦਾ, ਜਾਂ ਫਿਰ ਡਿਫਰੈਂਟ ਨੂੰ ਕੋਲੇ ਸੱਸ ਸਹੁਰੇ ਏਦਾਂ ਦੇ ਆ ਜਾਂਦੇ ਜਿਹਨਾਂ ਨੂੰ ਤਜਰਬਾ ਨਹੀਂ ਹੈ, ਸੇਮ ਉਹਨਾਂ ਤੇ ਮੈਟਰ ਕਰਦਾ। ਉਹਨਾਂ ਦੀ ਗੱਲ ਆਪਣੇ ਦੋਨਾਂ ਕੰਨਾਂ ਨਾਲ ਸੁਣੀ ਜਾਣ ਸੁਣੀ ਜਾਣ ਸੁਣੀ ਜਾਣ ਸੁਣੀ ਜਾਣ, ਖੁਦਾ ਦੇ ਅੱਗੇ ਰੱਖਣ, ਖੁਦਾਵੰਦ ਸਾਨੂੰ ਤੂੰ ਤੇ ਸਾਰੀਆਂ ਭਾਸ਼ਾ ਬਣਾਈਆਂ, ਤੂੰ ਤਾਂ ਸਾਰੀਆਂ ਦੇਸ਼ ਬਣਾਏ, ਤੂੰ ਸਾਰੀ ਧਰਤੀ ਨੂੰ ਬਣਾਇਆ, ਸਾਨੂੰ ਇਹਦੇ ਮੁਤਾਬਿਕ ਵੀ ਅਕਲ ਅੰਡਰਸਟੈਂਡਿੰਗ ਦੇ ਤਾਂ ਕਿਸੇ ਦੇ ਮੁਤਾਬਿਕ ਚੱਲੇ, ਕੋਈ ਲੜਾਈ ਨਹੀਂ ਹੋਈ। ਤੁਸੀਂ ਵਾਕਈ ਮੇਰਾ ਨਾਮ ਹਟਾ ਦਿਓ ਜਿਵੇਂ ਤੁਹਾਡੇ ਚ ਲੜਾਈ ਹੋ ਜਾਏ, ਪਰ ਤੁਸੀਂ ਇਹ ਗੱਲ ਨੂੰ ਮੰਨਣਾ ਹੋਏਗਾ ਨਾ। ਕਿਉਂਕਿ ਜਿਸਨੇ ਜਦੋਂ ਕਿਹਾ ਕਿ ਮੈਂ ਵੈਰ ਕਰਾਉਣ ਆਇਆ, ਮੈਂ ਮੇਲ ਕਰਾਉਣ ਆਇਆ, ਮੈਂ ਨਹੀਂ ਮੇਲ ਕਰਾਉਣ ਆਇਆ ਬਲਕਿ ਮੈਂ ਲੜਾਈ ਪਾਉਣ ਆਇਆ, ਉਹਦਾ ਮਤਲਬ ਸੀ ਗਲਤ ਗੱਲਾਂ ਤੋਂ ਠੀਕ ਗੱਲਾਂ ਨੂੰ ਅੱਡ ਕਰਨ ਆਇਆ, ਬੁਰਾਈ ਨੂੰ ਅੱਛਾਈ ਤੋਂ ਅਲੱਗ ਕਰਨ ਆਇਆ। ਹੋਰ ਉਹਨਾਂ ਦਾ ਉਹ ਬਸ ਲੜਾਈ ਨਹੀਂ ਪਾਉਣਾ ਚਾਹੁੰਦੇ ਹਸਬੈਂਡ ਵਾਈਫ ਦੇ ਵਿੱਚ ਜਾਂ ਨੂੰਹ ਸੱਸ ਦੇ ਵਿੱਚ, ਮਾਂ ਪੁੱਤ ਦੇ ਵਿੱਚ ਨਹੀਂ। ਉਹ ਆ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਤਰੀਕੇ ਨਾਲ ਠੀਕ ਕਰਨ ਲਈ ਉਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਗਲਤ ਚੀਜ਼ਾਂ ਤੋਂ ਵੱਖ ਕਰਨ ਲਈ ਆਇਆ ਹਨਾ। ਅਸੀਂ ਜਿਹੜੇ ਦੂਸਰੀ ਦੀ ਹੈਗੀ ਆ ਗੱਲ, ਮਤਲਬ ਤੁਸੀਂ ਆ ਜਿਹੜਾ ਕੁਝ ਮੈਂ ਤੁਹਾਨੂੰ ਦੱਸਿਆ ਤੁਸੀਂ ਬਿਲਕੁਲ ਸੇਮ ਚੀਜ਼ ਤੁਸੀਂ ਪੜ੍ਹ ਸਕਦੇ ਹੋ। ਮੈਂ ਤੁਹਾਨੂੰ ਇਹਦਾ ਰੈਫਰੈਂਸ ਦਿੰਦੀ ਹਾਂ, ਤੁਸੀਂ ਇਹਨੂੰ ਯਸਾਇਆ 30 ਦੀ ਤੁਸੀਂ 12ਵੀਂ ਤੋਂ ਲੈ ਕੇ 14ਵੀਂ ਆਇਤ ਦੇ ਵਿੱਚ ਆਹ ਪੜ੍ਹ ਸਕਦੇ ਜੋ ਮੈਂ ਦੱਸਿਆ ਹੈ, ਤੇ ਤੁਸੀਂ ਇਹਨੂੰ ਕਹਾਵਤਾਂ ਦੀ ਕਹਿੰਦੇ ਆ, ਤੁਸੀਂ ਉਹਦੀ 21ਵੇਂ ਚੈਪਟਰ ਦੀ 23ਵੀਂ ਆਇਤ ਜਿੱਥੇ ਮਤਲਬ ਮੈਂ ਤੁਹਾਨੂੰ ਪੜ੍ਹ ਦਿੰਦੀ ਹਾਂ, ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ ਉਹ ਆਪਣੀ ਜਾਨ ਦੀ ਵਿਪਤਾ ਤੋਂ ਰਾਖੀ ਕਰਦਾ ਹੈ। ਅਗਰ ਜਿਹੜਾ ਆਪਣੇ ਮੂੰਹ ਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ ਉਹ ਦਰਸਾਂ ਕਿਉਂ ਤੋਂ ਰਾਖੀ ਕਰਦਾ ਹੈ। ਆਪਾਂ ਇਹ ਦੇਖ ਲਿਆ ਨਾ ਜਿਹੜੀ ਜਿਹਨਾਂ ਪਰ ਨਹੀਂ ਹੈ ਇਹਦਾ ਪਤਾ ਨਹੀਂ ਹੈ। ਇਸੇ ਤਰ੍ਹਾਂ ਤੁਸੀਂ ਯਸਾਇਆ ਦੀ ਦੇਖ ਲਓ 3ਵੇਂ ਚੈਪਟਰ ਦੀ 12ਵੀਂ ਤੋਂ ਲੈ ਕੇ 14ਵੀਂ ਆਇਤ ਦੇ ਵਿੱਚ ਉਹਨੇ ਆਹ ਕਿਹਾ ਹੈ ਕਿ ਇਸ ਕਰਕੇ ਇਸਰਾਏਲ ਦਾ ਪਵਿੱਤਰ ਪੁਰਖ ਕਿਉਂ ਕਹਿੰਦਾ ਹੈ ਕਿ ਤੁਸੀਂ ਇੱਕ ਗੱਲ ਨੂੰ ਜਿਹੜੀ ਮੈਂ ਕਿਹਾ ਤੁਸੀਂ ਜਾਣਦੇ ਹੋ ਜ਼ੁਲਮ ਤੇ ਫਾਟੂ ਤੇ ਭਰੋਸਾ ਕਰਦੇ ਹੋ ਤੇ ਟਾਸ ਲਾਉਂਦੇ ਹੋ, ਉਪਰੰਤ ਬਾਦੀ ਤੁਹਾਡੇ ਲਈ ਦਿਖਣ ਵਾਲੀ ਦੇਣ ਹੋਵੇਗੀ ਠੀਕ ਆਂਦੇ ਵਿੱਚ ਉਪਰੀ ਹੋਈ ਜਿਹਦਾ ਟੁੱਟਣਾ ਅਚਾਨਕ ਇੱਕਦਮ ਹੋਵੇਗਾ, ਜਿਹਦਾ ਟੁੱਟਣਾ ਕੋਈ ਆਦੇ ਭਾਂਡੇ ਵਾਂਗੂ ਹੋਵੇਗਾ, ਜਿਹਨੂੰ ਚੂਰ ਚੂਰ ਕਰਨ ਤੋਂ ਸਾਫਾਈ ਕਰਨਾ, ਜਿਹਦੇ ਟੁਕੜੇ ਵਿੱਚ ਮਿੱਟੀ ਕਰਨ ਨਹੀਂ ਲੱਗਦਾ ਤੇ ਜਿਹਦੇ ਨਾਲ ਚੁੱਲ੍ਹੇ ਵਿੱਚ ਅੱਗ ਚੁੱਕੀ ਜਾਵੇ ਜਾਂ ਫਿਰ ਪਾਣੀ ਭਰਿਆ ਜਾਵੇ। ਇੱਥੇ ਉਹਨੇ ਸਾਫ਼ ਕਿਹਾ ਕਿ ਜਦੋਂ ਅਸੀਂ ਇਹ ਗੱਲ ਬਿਨਾਂ ਸੋਚਣ ਤੋਂ ਅਸੀਂ ਬਿਨਾਂ ਅੱਛੀ ਸੁਣਨ ਤੋਂ ਆਪੇ ਕਹਿੰਦੇ ਨੇ ਫਿਰ ਆਪ ਟੁੱਟਣਾ ਲੜਾਈ ਸਾਡੇ ਘਰਾਂ ਦੇ ਘਰ ਦੇ ਨਾ ਟੁੱਟਦੇ ਅੱਜ ਭੱਜਦੇ, ਪਹਿਲਾਂ ਵਿਆਹ ਬਾਅਦ ਤੇ ਪਹਿਲਾਂ ਹੀ ਉਹਨਾਂ ਦਾ ਹਨਾ, ਫਿਰ ਘਰ ਬਾਅਦ ਚ ਲਿਆ ਤੇ ਪਹਿਲੇ ਉਹਨਾਂ ਦਾ ਫਿਰ ਸਾਨੂੰ ਆਹ ਚੀਜ਼ ਤੁਸੀਂ ਵੀ ਪੜ੍ਹ ਲਿਓ ਤੁਸੀਂ ਨਾ ਯਸਾਇਆ 3ਵੇਂ ਦੀ 12ਵੀਂ ਤੋਂ ਲੈ ਕੇ 14ਵੀਂ ਆਇਤ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਦੂਸਰਾ ਅਸੀਂ ਜਿਹੜਾ ਦੇਖਣਾ ਹੈ ਉਹ ਹੈਗਾ ਖੁਦਾ ਨੇ God put eyes on the front not on the back। ਖੁਦਾ ਨੇ ਅੱਖਾਂ ਮੂਹਰੇ ਕਿਉਂ ਲਾਈਆਂ ਆ ਦੇਖੋ ਹਨਾ, ਗਲਾਸਿਸ ਤੋਂ ਬਿਨਾਂ ਮੈਂ ਤੁਹਾਨੂੰ ਦਿਖਾਇਆ ਇਹ ਪਿੱਛੇ ਕਿਉਂ ਨਹੀਂ ਲਾ ਦਿੱਤੀਆਂ, ਕਿਉਂਕਿ ਸਾਨੂੰ ਪਿੱਛੇ ਨਹੀਂ ਕੁਛ ਵੀ ਮਿਲਦਾ ਦੇਖਣ ਨੂੰ, ਹਾਂ ਕਿ ਉਹ ਇੱਕ ਹਿਸਟਰੀ ਬਣ ਗਿਆ ਹੁੰਦਾ ਨਾ। ਹਿਸਟਰੀ ਜਿਹੜੀ ਆ ਉਹ ਆਉਣ ਵਾਲੀ ਆ, ਉਹਨਾਂ ਤੋਂ ਕੁਛ ਤੁਸੀਂ ਜਾਣਕਾਰੀ ਸਿਰਫ ਕੀ ਹੋਇਆ ਕਿਸ ਤਰ੍ਹਾਂ ਹੋਇਆ, ਜਿੱਦਾਂ ਬੀਜ
ਕਿੱਦਾਂ ਬੀਜੇ ਗਿਆ, ਕੀ ਹੋਇਆ, ਉਹਦੀ ਜਾਣਕਾਰੀ ਲੈ ਸਕਦੇ, ਪਰ ਤੁਸੀਂ ਆਉਣ ਵਾਲੀ ਚੀਜ਼ਾਂ ਨੂੰ ਹਿਸਟਰੀ ਦੇ ਉੱਤੇ ਨਹੀਂ ਡਿਪੈਂਡ ਕਰ ਸਕਦੇ, ਹੈ ਨਾ। ਤਾਂ ਕਿ ਤੁਹਾਨੂੰ ਫਿਰ ਤੁਸੀਂ ਜੇ ਹਿਸਟਰੀ ਦੇਖੀ ਜਾਓਗੇ ਤੇ ਤੁਸੀਂ ਫਿਊਚਰ ਨੂੰ ਜਿਹਨੂੰ ਕਦੇ ਵੀ ਤੁਸੀਂ ਨਹੀਂ ਦੇਖ ਪਾਓਗੇ ਨਾ। ਇਸ ਕਰਕੇ ਸਾਨੂੰ ਖੁਦਾ ਨੇ ਅੱਖਾਂ ਅੱਗੇ ਦਿੱਤੀਆਂ ਆ, ਤੇ ਪਰ ਇਹਨਾਂ ਨੂੰ ਪ੍ਰੈਕਟਿਸ ਦੇ ਵਿੱਚ ਕਿੱਦਾਂ ਲਿਆਉਣਾ ਹੈ, ਹੁਣ ਅਸੀਂ ਆਹ ਦੇਖਣਾ ਆ। ਕਿਉਂਕਿ ਜਦੋਂ ਅਸੀਂ ਦੇਖੋ ਮਤਲਬ ਪਿਛਲਖੋਰੀ ਤੁਰਦੇ ਆ, ਜਿੱਦਾਂ ਅਸੀਂ ਕੱਲ ਪੜ੍ਹਿਆ ਸੀਗਾ ਕਿ ਨੂਹ ਦੇ ਪੁੱਤਰਾਂ ਨੇ ਪਿਛਲਖੋਰੀ ਤੁਰ ਕੇ ਉਹਦੇ ਤੇ ਕੱਪੜਾ ਪਾ ਦਿੱਤਾ ਨਾ, ਏਦਾਂ ਤੁਸੀਂ ਦੋ ਜਾਣੇ ਸੀ ਹਨਾ, ਤਾਂ ਉਹਨਾਂ ਨੇ ਦੋ ਜਾਣੇ ਨੇ ਇੰਜ ਕੀਤਾ। ਪਰ ਜਦੋਂ ਤੁਸੀਂ ਪਿੱਛੇ ਅੱਖਾਂ ਨਹੀਂ ਲੱਗੀਆਂ, ਇਸ ਕਰਕੇ ਤੁਸੀਂ ਕਰਦੇ, ਤੁਹਾਡਾ ਐਕਸੀਡੈਂਟ ਹੋਣ ਦੇ ਜ਼ਿਆਦਾ ਚਾਂਸਸ ਆ। ਤੁਸੀਂ ਕਦੇ ਪਿੱਛੇ ਨੂੰ ਤੁਰ ਕੇ ਦੇਖੋ ਤੇ ਬਹੁਤ ਵੱਡੇ ਤੁਸੀਂ ਕਿਸੇ ਚ ਵੱਜ ਕੇ ਕੁਝ ਤੋੜ ਦਿੰਦੇ, ਕੋਈ ਆਪਣੀ ਚੰਗੀ ਚੀਜ਼ ਤੋੜ ਦੋਗੇ, ਕਿਸੇ ਚੀਜ਼ ਤੇ ਪੈਰ ਆ ਜਾਊਗਾ, ਭਾਵੇਂ ਤੁਹਾਡਾ ਲੈਪਟਾਪ ਕਿਉਂ ਨਾ ਥੱਲੇ ਪਿਆ ਹੋਵੇ, ਤੁਹਾਡੀ ਚੀਜ਼ ਹੋ ਕੋਈ ਵੱਡੀ ਕਿਉਂ ਨਾ ਪਈ ਹੋਵੇ, ਮਤਲਬ ਤੁਸੀਂ ਬਹੁਤ ਹੀ ਕੇਓਟਿਕ ਜਿਹੀ ਜ਼ਿੰਦਗੀ ਹੋ ਜਾਂਦੀ, ਤੁਸੀਂ ਕਨਫਿਊਜ਼ਿੰਗ ਸਟੇਟ ਹੋ ਜਾਂਦੀ, ਤੁਸੀਂ ਪਿਛਲਖੋਰੀ ਤੁਰਦੇ ਆ ਨਾ। ਹੁਣ ਪਿਛਲਖੋਰੀ ਚ ਮੈਂ ਥੋੜ੍ਹੀਆਂ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਜਿਹੜੀਆਂ ਕਿ ਮਤਲਬ ਆਮ ਲੋਕੀ ਜਿਹੜੇ ਦੀ ਜ਼ਿੰਦਗੀ ਤੋਂ ਉਹਨਾਂ ਨੂੰ ਫਾਇਦਾ ਹੋ ਗਿਆ ਦਾ ਨਾ। ਪਿਛਲਖੋਰੀ ਤੁਰਨ ਦਾ ਮਤਲਬ ਹੈਗਾ, ਉਹ ਜਿਹੜਾ ਅਸੀਂ ਪੜ੍ਹਿਆ ਸੀ ਉਹ ਤਾਂ ਡਿਫਰੈਂਟ ਸੀਗਾ ਨਾ ਕੱਲ ਵਾਲੇ ਕਲਾਮ ਦੇ ਵਿੱਚ। ਅੱਜ ਦਾ ਜਿਹੜਾ ਅੱਖਾਂ ਨਹੀਂ ਪਿੱਛੇ ਲੱਗੀਆਂ, ਇਸ ਕਰਕੇ ਕਿ ਲੋਕੀ ਆਪਣੇ ਐਕਸ ਵਾਈਫ ਜਾਂ ਆਪਣੇ ਐਕਸ ਹਸਬੈਂਡ ਦੇ ਨਾਲ ਜਿਹੜੇ ਉਹਨਾਂ ਦੇ ਐਕਟੀਵਿਟੀਜ਼ ਹੁੰਦੀਆਂ, ਉਹਨਾਂ ਨੂੰ ਆਪਣੇ ਕਰੰਟ ਪਾਰਟਨਰ ਦੇ ਨਾਲ ਡਿਸਕਸ ਕਰਨੋਂ ਨਹੀਂ ਬੰਦ ਕਰਦੇ। ਇਹ ਪਿਛਲਖੋਰੀ ਅੱਖਾਂ ਵਾਲੀ ਗੱਲ ਹੈ। ਲੋਕੀ ਆਪਣੇ ਜਿਹੜੇ ਐਕਸ ਪਾਰਟਨਰਸ ਆ ਉਹਨਾਂ ਨੂੰ ਕੰਟੀਨਿਊ ਰਿਲੇਸ਼ਨ ਰੱਖਦੇ ਆ, ਉਹ ਪਿਛਲਖੋਰੀ ਅੱਖਾਂ ਆ। ਤੇ ਉਹਦੇ ਵਿੱਚ ਕੀ ਹੁੰਦਾ, ਐਕਸੀਡੈਂਟ ਹੋ ਕੇ ਤੁਹਾਡਾ ਸਾਰਾ ਕੁਝ ਮਾਲੀਆ ਦੇ ਪਾਉਣ ਦੇ ਚਾਂਸ ਬਹੁਤ ਜ਼ਿਆਦਾ ਆ। ਕਿਉਂਕਿ ਜਦੋਂ ਦੇਖੋ ਪਿੱਛੇ ਅੱਖ ਨਾ ਚੁੱਕਣ ਦੀ ਕੋਸ਼ਿਸ਼ ਕਰਾਂ, ਮੈਂ ਨਹੀਂ ਚੁੱਕ ਸਕੂੰਗੀ ਜਿੱਦਾਂ ਮਰਜ਼ੀ ਕੋਸ਼ਿਸ਼ ਕਰਾਂ, ਮੇਰਾ ਹੱਥ ਪਤਾ ਨਹੀਂ ਕੁਛ ਨਾ ਕੁਛ ਹੋਰ ਕਾਫੀ ਸੁੱਟ ਜਾਏਗਾ। ਸੇਮ ਚੀਜ਼ ਅਸੀਂ ਜਿਹੜਾ ਨਾ ਉਹ ਹੁਣ ਮੈਂ ਅੱਗੇ ਚੁੱਕਣੀ ਆ, ਮੈਂ ਆਰਾਮ ਨਾਲ ਚੁੱਕ ਲਈ, ਕੋਈ ਪ੍ਰੋਬਲਮ ਨਹੀਂ ਆ, ਇਟਸ ਆਲ ਵੈਲ ਐਂਡ ਗੁੱਡ, ਹੈ ਨਾ। ਅਸੀਂ ਮਤਲਬ ਜਦੋਂ ਸਾਨੂੰ ਅੱਗੇ ਅੱਖਾਂ ਦਿੱਤੀਆਂ ਗਈਆਂ ਤੇ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਦਾ ਇਸਤੇਮਾਲ ਕਰੀਏ, ਨਾ ਕਿ ਪਿਛਲੀਆਂ ਅੱਖਾਂ ਦਾ। ਪਿੱਛੇ ਇਮੇਜਿਨ ਕਰੀਏ ਕਿ ਸਾਨੂੰ ਪਿੱਛੇ ਅੱਖਾਂ ਦਿੱਤੀਆਂ ਹੁੰਦੀਆਂ ਨਾ। ਸੋ ਇਸ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਅਸੀਂ ਇੱਕ ਤੇ ਇਹ ਸੀ ਜੋ ਡਿਸਕਸ ਕੀਤਾ, ਦੂਸਰਾ ਸੀ ਇਹ ਵੀ ਕਿ ਕਈ ਵਾਰੀ ਕੀ ਹੁੰਦਾ ਕਿ ਇੱਕ ਪਾਰਟਨਰ ਦੂਸਰੇ ਪਾਰਟਨਰ ਨੂੰ ਕਈ ਵਾਰੀ ਮਤਲਬ ਕਿਸੇ ਨਾ ਕਿਸੇ ਗੱਲ ਕਰਕੇ ਸਾਨੂੰ ਲੱਗਦਾ ਕਿ ਉਹਦੇ ਕੋਲ ਕੁਝ ਵੱਧ ਘੱਟ ਕਰ ਹੋ ਗਿਆ, ਫਿਰ ਅਸੀਂ ਮੁੜ ਕੇ ਜਦੋਂ ਪਿਛਲੀ ਥਾਂ ਤੇ ਜਾਂਦੇ ਹਾਂ, ਅਸੀਂ ਚੇਤਾ ਨਹੀਂ ਭੁਲਾ ਪਾਉਂਦੇ। ਉਹ ਵੀ ਇੱਕ ਤਰ੍ਹਾਂ ਸਾਡੀ ਪਿਛਲਖੋਰੀ ਅੱਖਾਂ ਵਾਲੀ ਗੱਲ ਹੈ। ਸਾਨੂੰ ਉਹਦੇ ਤੋਂ ਵੀ ਮਦਦ ਮੰਗਣ ਦੀ ਖੁਦਾ ਦੀ ਫੌਰਨ ਲੋੜ ਹੈ। ਜਦੋਂ ਸ਼ੈਤਾਨ ਸਾਨੂੰ ਉਹਨਾਂ ਨੂੰ ਯੂਜ਼ ਕਰੇ, ਕਿਉਂਕਿ ਸ਼ੈਤਾਨ ਦਾ ਇਹੀ ਕੰਮ ਹੈ, ਉਹ ਯੂਜ਼ ਕਰੂਗਾ, ਅਕਸਰ ਕਰਦਾ ਹੈ। ਮੇਰੇ ਨਾਲ ਖੁਦ ਨਾਲ ਵੀ ਉਹਨੇ ਕੀਤਾ, ਸਾਰਿਆਂ ਨਾਲ ਕਰਦਾ ਹੈਗਾ ਕਿ ਉਹ ਕੀ ਕਰਦਾ, ਜਿਹੜੇ ਤੁਹਾਡੇ ਪਿਛਲੇ ਇੰਸੀਡੈਂਟ ਹੋਏ ਹੁੰਦੇ ਨਾ, ਉਹਨਾਂ ਦੀਆਂ ਫੋਟੋਗ੍ਰਾਫਿਕ ਮੈਮਰੀਜ਼ ਜਿਹੜੀਆਂ ਆ ਉਹਨਾਂ ਨੂੰ ਇਸਤੇਮਾਲ ਕਰੋ, ਉਹਨਾਂ ਨੂੰ ਯੂਜ਼ ਕਰੋ, ਹਟਦਾ ਨਹੀਂ, ਫਟਾਫਟ ਪੱਲੇ ਉਹ ਤੁਹਾਡੇ ਮੂਹਰੇ ਥੱਲੀ ਜਾਂਦਾ ਕਿ ਇਹਨੇ ਆ ਇੱਕ ਵਾਰੀ ਝੂਠ ਬੋਲਿਆ ਫਿਰ ਵੀ ਬੋਲੂ, ਇਹਨੇ ਇੱਕ ਵਾਰੀ ਚੋਰੀ ਕੀਤੀ ਫਿਰ ਵੀ ਕਰੋ, ਇਹਨੇ ਇੱਕ ਵਾਰੀ ਚੀਟ ਕੀਤਾ ਫਿਰ ਵੀ ਕਰੋ, ਇਹਨੇ ਇੱਕ ਵਾਰੀ ਧੋਖਾ ਦਿੱਤਾ ਫਿਰ ਵੀ ਦਿਓ, ਕਿਉਂਕਿ ਉਹ ਯੂਜ਼ ਕਰੀ ਜਾਂਦਾ ਉਹਨਾਂ ਨੂੰ। ਸੋ ਤੁਹਾਨੂੰ ਉਸ ਵੇਲੇ ਫੌਰਨ ਕੀ ਲੋੜ ਹੈਗੀ ਕਰਨ ਦੀ ਕਿ ਖੁਦਾਵੰਦ ਯਿਸੂ ਮਸੀਹ, ਖੁਦਾਵੰਦ ਯਿਸੂ ਮਸੀਹ, ਖੁਦਾਵੰਦ ਯਿਸੂ ਮਸੀਹ, ਖੁਦਾਵੰਦ ਯਿਸੂ ਮਸੀਹ, ਉਹਨੇ ਇੱਕ ਵਾਰੀ ਮਾਫ ਕੀਤਾ, ਉਹ ਹਰ ਰੋਜ਼ ਮਾਫ ਕਰਦਾ, ਉਹਨੇ ਇੱਕ ਵਾਰੀ ਸਾਡੇ ਲਈ ਜਾਨ ਦਿੱਤੀ। ਤੇ ਇਸ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਰੋਜ਼ ਨਾ ਉਹਨੂੰ ਸੂਲੀ ਤੇ ਚੜੀਏ, ਹਨਾ, ਦੁਬਾਰਾ ਅਸੀਂ ਨਾ ਗਲਤ ਹਰਕਤਾਂ ਕਰੀਏ। ਜੋ ਤੁਸੀਂ ਇਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਕੋਲੋਂ ਮਦਦ ਮੰਗੋਗੇ, ਪਾਕੁਰ ਕੋਲੋਂ ਮਦਦ ਮੰਗੋਗੇ, ਕੁਛ ਨਾ ਕੁਛ ਗਾਉਣਾ ਸ਼ੁਰੂ ਕਰ ਦੋਗੇ। My faith has great power in the name of Jesus Christ, in the name of Jesus, in the name of Jesus. Kulvinder has the victory, hallelujah. ਤੁਸੀਂ ਕਹਿ ਸਕਦੇ ਹੋ ਇਮਤਿਆਜ਼ has a victory, ਅਰੂਸ has a victory, ਸੁਲੇਮਾਨ has a victory, ਹੋਰ ਲੋਕਾਂ ਦੇ ਨਾਮ, ਅਬਰਾਹਮ, ਇਮਾਨ, they have victory। ਮਤਲਬ ਤੁਸੀਂ ਉਹਨੂੰ ਸ਼ੈਤਾਨ ਨੂੰ ਉਹਦੇ ਮੂੰਹ ਤੇ ਏਦਾਂ ਉਹਨੂੰ ਗੈਸ ਜਿਹੜਾ ਨਾ ਸਮੈਕ ਕਰਨਾ ਤੁਸੀਂ, ਹਨਾ, ਉਹ ਤਾਂ ਕਿ ਉਹਨੂੰ ਤੁਸੀਂ ਥੱਪੜ ਮਾਰਨਾ ਉਹਦੇ ਮੂੰਹ ਦੇ ਉੱਤੇ। ਚਲੋ ਹੁਣ ਇਸ ਤੋਂ ਇਹ ਤੇ ਅਸੀਂ ਇਹਦੇ ਬਾਰੇ ਦੇਖਿਆ ਤੁਸੀਂ ਕਿੱਦਾਂ ਪਿਛਲਖੋਰੀ ਅੱਖਾਂ ਦੀ ਵਰਤੋਂ ਨਹੀਂ ਕਰਨੀ ਤੇ ਕਿੱਦਾਂ ਹਟਣਾ ਨਾ। ਤੀਸਰਾ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਉਹ ਹੈਗੀ ਆ ਕਿ ਸਾਨੂੰ ਖੁਦਾ ਨੇ ਸਿਰ ਇੱਥੇ ਕਿਉਂ ਰੱਖਿਆ ਭਾਈ, ਦਿਲ ਕਿਉਂ ਨਹੀਂ ਸਿਰ ਦੇ ਉੱਤੇ ਰੱਖ ਦਿੱਤਾ, ਇੱਥੇ ਏਦਾਂ ਕਿਉਂ ਨਹੀਂ ਕੀਤਾ? ਉਹਨੇ ਸਿਰ ਇਸ ਕਰਕੇ ਇੱਥੇ ਰੱਖਿਆ ਆ, ਦਿਲ ਇਸ ਕਰਕੇ ਇੱਥੇ ਰੱਖਿਆ। ਅਸੀਂ ਇਹਨੂੰ ਦੇਖਦੇ ਹਾਂ ਕਿ ਉਹਨੇ ਸੋਚਿਆ ਕਿ ਜੋ ਵੀ ਕੁਛ ਮਰਜ਼ੀ ਤੁਹਾਡਾ ਦਿਲ ਕਹੀ ਜਾਂਦਾ ਆ, ਤੁਹਾਡਾ ਦਿਲ ਕਰੀ ਜਾਂਦਾ ਆ, ਤੁਸੀਂ ਦਿਲ ਦੀ ਗੱਲ ਨੂੰ ਸਿਰ ਦੇ ਨਾਲ ਜਿਹੜਾ ਨਾ ਉਹ ਸੋਚ ਕੇ ਤੇ ਡਿਸਾਈਡ ਕਰਨਾ ਆ, ਹਨਾ। ਮੋਸਟਲੀ ਕੀ ਹੁੰਦਾ ਆ ਕਿ ਦਿਲ ਜਿਹੜਾ ਆ ਉਹ ਕਲਾਮ ਦੇ ਵਿੱਚ ਬਹੁਤ ਥਾਂ ਤੇ ਕਿਹਾ ਕਿ ਦਿਲ ਪੁੱਜ ਕੇ ਖਰਾਬ ਆ, ਇਹ ਚਾਲੂ ਆ, ਇਹ ਚਾਲਬਾਜ਼ ਆ, ਏਦਾਂ ਦੇ ਇੱਕ ਤਾਂ ਤੁਹਾਨੂੰ ਦਿੰਦਾ ਹੈ ਕਿ ਜੇ ਤੁਸੀਂ ਖੁਦਾਵੰਦ ਦੇ ਵਿੱਚ ਇਹਨੂੰ ਨਹੀਂ ਠੀਕ ਤਰੀਕੇ ਦੇ ਨਾਲ ਮਤਲਬ ਭਰਿਆ ਹੋਇਆ ਤਾਂ ਤੁਹਾਨੂੰ ਬਹੁਤ ਇਹ
बहुत गलत तरीके दे नाल तुहानू करदा है परेशान। मैं तुहानू इस करके कह रही क्या देखो है ना, मैं कल मतलब आ देखो मेरे को आ दिल, मैं ना कई बार की सोचती कि मैं दिल की इस तरह तस्वीर इस करके आया तुहानू दिखाई है कि तुसी भी ये कर सकते हो। तुसी ना ਇਹਦੇ ਉੱਪਰ अपना नाम लिख के ते अपने पार्टनर का नाम लिख के ਜਾਂ अपने भैन भरा ਜਿਹਦੇ ਤੁਹਾਨੂੰ ਲੱਗੇ ਕਿ ਪ੍ਰੋਬਲਮ ਹੈ, ਜਿਹਦਾ ਦਿਲ ਲੱਗਦਾ ਨਹੀਂ ਖੁਦਾ ਦੇ ਵਿੱਚ, ਜਾਂ ਜਿਹਦਾ ਦਿਲ ਜਿਹੜਾ ਉਹ ਸ਼ਰਾਬ ਦੇ ਵਿੱਚ ਇੰਡਲਜ ਹੈ, ਤੁਸੀਂ ਇਹਦਾ ਨਾਮ ਲਿਖ ਕੇ ਖੁਦਾ ਨੂੰ ਕਹਿ ਸਕਦੇ ਹੋ ਕਿ ਤੁਸੀਂ ਖੁਦਾਵੰਦ ਤੂੰ ਆਪਣੇ ਕਲਾਮ ਦੇ ਵਿੱਚ ਕਿਹਾ ਹੈ ਕਿ ਮੈਂ ਪੱਥਰ ਦਾ ਦਿਲ ਜਿਹੜਾ ਹੈ ਨਾ ਉਹ ਜਿਹੜਾ ਖਤਮ ਕਰਕੇ ਤੇ ਮੈਂ ਦਊਂਗਾ ਮਾਸ ਦਾ ਦਿਲ। ਇਸ ਕਰਕੇ ਮੈਂ ਆਹ ਤੇਰੇ ਅੱਗੇ ਰਿਪਰੈਜ਼ੈਂਟ ਕਰਦੀ ਹਾਂ ਫਲਾਣੇ ਦਾ ਦਿਲ ਤੇ ਜਾਂ ਆਪਣਾ ਦਿਲ ਜਾਂ ਕਿਸ ਦਾ ਵੀ, ਤੂੰ ਇਹਨੂੰ ਚੁੱਕ ਕੇ ਤੇ ਉਹ ਦੂਸਰਾ ਨਵਾਂ ਦਿਲ ਇਸ ਨਾਂ ਦੇ ਵਿੱਚ ਪਾ ਦੇ, ਕੋਈ ਸਾਰਾ ਤੂੰ ਬਣਾਇਆ। ਖੁਦਾ ਤੁਹਾਡੀ ਜਿਹੜੀ ਐਫਰਟ ਹੈ ਨਾ ਉਹਦੀ ਬਹੁਤ ਕਦਰ ਕਰਦਾ, ਕਿਉਂਕਿ ਮੈਂ ਕਿਹਾ ਹੈ ਨਾ ਕਿ ਉਹ ਕ੍ਰੈਡਿਟ ਨਹੀਂ ਕਿਸ ਦਾ ਰੱਖਦਾ, ਉਹ ਉਧਾਰ ਨਹੀਂ ਕਿਸ ਦਾ ਰੱਖਦਾ, ਕਰਜ਼ਾ ਨਹੀਂ ਕਿਸ ਦਾ ਰੱਖਦਾ, ਹੰਝੂ ਤੁਹਾਡੀਆਂ ਮੇਰੀ ਅੱਖਾਂ ਵਿੱਚ ਨਹੀਂ ਦੇ ਸਕਦਾ ਬਸ਼ਰਤਾ ਕਿ ਉਹਦੇ ਨਾਲ ਜਿਹੜੀ ਗੱਲਬਾਤ ਉਹਦੇ ਨਾਲ ਪਿਆਰ ਦੇ ਹੰਝੂ ਹੋਣਗੇ, ਹਨਾ। ਸੋ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਸਾਡਾ ਹੈਗਾ ਚੈਪਟਰ ਹੈ, ਅੱਜ ਦਾ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਅਸੀਂ ਇਹ ਸਿੱਖਿਆ ਹੈ ਮੇਨ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਆਪਣਾ ਦਿਲ ਆ ਉਹ ਦੁਨਿਆਵੀ ਚੀਜ਼ਾਂ ਦੇ ਵਿੱਚ ਨਹੀਂ ਲਾਉਣਾ। ਅਸੀਂ ਆਪਣੇ ਦਿਲ ਨੂੰ ਜਿਹੜਾ ਨਾ ਉਹ ਖੁਦਾ ਦੇ ਕੰਮਾਂ ਦੇ ਵਿੱਚ ਉਹਦੇ ਵਚਨਾਂ ਦੇ ਵਿੱਚ ਲਾ ਕੇ ਐਂਡ ਫਿਰ ਅਸੀਂ ਮਤਲਬ ਬੇਸਿਕਲੀ ਅਸੀਂ ਆ ਜਿਹੜੇ ਚੈਪਟਰ ਦੇ ਵਿੱਚ ਸੈਸ਼ਨ ਦੇ ਵਿੱਚ ਡਿਸਕਸ ਕੀਤਾ ਹੈ, ਫਿਰ ਅਸੀਂ ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਹੈ ਨਾ ਉਹ ਜਿਉਂਦਾ ਜਾਗਦਾ ਸੁਭਾਅ ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਕੰਮ ਕਰੋਗੇ, ਫਿਰ ਤੁਸੀਂ ਉਹ ਤੋਂ ਵੱਡੇ ਵੀ ਕੰਮ ਜਿਹੜੇ ਨਾ ਉਹ ਕਰ ਸਕਦੇ ਆ। ਤਾਂ ਫਿਰ ਖੁਦਾ ਤੁਹਾਡੇ ਤੇ ਵੀ ਉਸ ਤਰੀਕੇ ਦੇ ਨਾਲ ਮਾਣ ਕਰੂਗਾ ਜਿੱਦਾਂ ਉਹਨੇ ਅਯੂਬ ਉੱਤੇ ਕੀਤਾ ਤੇ ਸ਼ੈਤਾਨ ਦੇ ਨਾਲ ਆਡਾ ਲਾਉਣ ਵਾਲੀ ਗੱਲ ਕਿਹਾ ਕਿ ਹੈ ਕੋਈ ਮੇਰੇ ਬੰਦੇ ਵਰਗਾ, ਤੁਹਾਡੇ ਬਾਰੇ ਵੀ ਕਹੇਗਾ ਹੈ ਕੋਈ ਫਲਾਣਾ ਮੇਰੀ ਕੁੜੀ ਵਰਗਾ, ਹੈ ਕੋਈ ਉਹਦੇ ਵਰਗਾ, ਪਰ ਉਹਦੇ ਲਈ ਤੁਹਾਨੂੰ ਆਪਣਾ ਦਿਲ ਉਹਨੂੰ ਦੇਣਾ ਪਏਗਾ। ਤੇ ਫਿਰ ਤੁਸੀਂ ਇਹ ਕਰਨ ਲਈ ਤੁਹਾਨੂੰ ਦਿਮਾਗ ਤੋਂ ਕੰਮ ਲੈਣਾ ਪਏਗਾ, ਤੇ ਤੁਸੀਂ ਦਿਮਾਗ ਵੀ ਖੁਦਾ ਦੀ ਜ਼ਰੂਰਤ ਵਿੱਚ ਰੱਖਣਾ ਪਏਗਾ। ਸੋ ਮੈਂ ਅੱਜ ਦਾ ਜਿਹੜਾ ਚੈਪਟਰ ਹੈ ਉਹਦੇ ਲਈ ਖੁਦਾਵੰਦ ਯਿਸੂ ਮਸੀਹ ਦੀ ਲੱਖ ਲੱਖ ਸ਼ੁਕਰ ਹੈ ਕਿ ਉਹਨੇ ਆਪਣੇ ਵਕਤ ਸਹੀ ਸਿਰ ਮਤਲਬ ਸਾਰੀਆਂ ਚੀਜ਼ਾਂ ਦੇ ਉੱਤੇ ਆਪਣਾ ਪਹਿਰਾ ਰੱਖਿਆ ਆ, ਉਹਨੇ ਡਿਵਾਈਸਿਸ ਨੂੰ ਮਤਲਬ ਫੇਵਰ ਦਿੱਤੀ ਆ, ਠੀਕ ਤਰੀਕੇ ਨਾਲ ਚਲਾਇਆ ਆ, ਸਾਰਾ ਕੁਝ ਤੁਹਾਡੇ ਤੱਕ ਪੁੱਜਦਾ ਕਰਨ ਦੇ ਵਿੱਚ ਉਹਨੇ ਮਦਦ ਕੀਤੀ ਹੈ। ਜਾਂ ਤੁਸੀਂ ਜਿਹੜੇ ਵੀ ਹੁਣ ਦੇਖ ਰਹੇ ਹੋ ਉਹਨਾਂ ਨੂੰ ਖੁਦਾਵੰਦ ਦੇ ਵੱਲੋਂ ਤੁਹਾਡੀਆਂ ਜਿਹੜੀਆਂ ਜਾਨਾਂ ਆ ਉਹਨਾਂ ਨੂੰ ਸੰਭਾਲ ਕੇ ਰੱਖਿਆ, ਆਪਣੇ ਲਈ ਇਸਤੇਮਾਲ ਕਰਨਾ ਚਾਹੁੰਦਾ ਆ, ਇੱਕ ਵੀ ਜ਼ਿਆਦਾ ਨੁਕਸਾਨ ਨਹੀਂ ਚਾਹੁੰਦਾ। ਇਸ ਕਰਕੇ ਅਸੀਂ ਆਪਣੇ ਪਰਿਵਾਰਾਂ ਦੀ ਜਿਹੜੀ ਹੈ ਨਾ ਸੁੱਖ ਸ਼ਾਂਤੀ ਮੰਗ ਕੇ ਅਗਲੇ ਸੈਸ਼ਨ ਦੇ ਵਿੱਚ ਮਿਲਣ ਲਈ ਫਿਰ ਅਲਵਿਦਾ ਤੁਹਾਡੇ ਕੋਲੋਂ ਅੱਜ ਦੇ ਲਈ ਲੈਣੀ ਆ। ਹਾਲੇਲੂਇਆ ਹਾਲੇਲੂਇਆ। ਤੇਰੇ ਪਾਕ ਤੇ ਤੇਰਾ ਸ਼ੁਕਰ ਕਰਦੇ, ਧੰਨਵਾਦ ਕਰਦੇ ਅੱਜ ਦੇ ਸੈਸ਼ਨ ਲਈ। ਜਿਹੜੇ ਕੰਨਾਂ ਦੇ ਵਿੱਚ ਖੁਦਾਵੰਦ ਤੇਰਾ ਵਚਨ ਪਿਆਰਾ ਉਹਨਾਂ ਨੂੰ ਖੁਦਾਵੰਦ ਤੇਰੇ ਪਾਕ ਖੂਨ ਦੇ ਵਿੱਚ ਲੁਕਾਉਣੀ ਹੈ। ਜਿਹੜੇ ਦਿਲ ਨੇ ਤੇ ਇਸ ਵਚਨ ਨੂੰ ਸੁਣਿਆ ਤੇ ਸਮਝਿਆ ਖੁਦਾਵੰਦ ਉਸ ਦਿਲ ਦੇ ਉੱਤੇ ਖੁਦਾਵੰਦ ਤੇਰਾ ਪਹਿਰਾ ਮੰਗਦੇ ਆ। ਖੁਦਾਵੰਦ ਉਸ ਦਿਲ ਦੀ ਤਖਤ ਉੱਤੇ ਬਹਿ ਮੇਰੇ ਯਿਸੂ, ਮੈਂ ਤਾਂ ਜੋ ਵੀ ਅਖਵਾਉਣਾ ਮੈਨੂੰ ਕਹਿ ਮੇਰੇ ਯਿਸੂ, ਮੈਨੂੰ ਘੁੱਟ ਕੇ ਬੁੱਕਲ ਵਿੱਚ ਲੈ ਮੇਰੇ ਯਿਸੂ। ਇਸ ਤਰ੍ਹਾਂ ਖੁਦਾਵੰਦ ਉਹਨਾਂ ਸਾਰਿਆਂ ਨੂੰ ਵੀ ਆਪਣੀ ਬੁੱਕਲ ਵਿੱਚ ਘੁੱਟ ਕੇ ਲੈ ਖੁਦਾਵੰਦ। ਇਸੇ ਤਰ੍ਹਾਂ ਅਸੀਂ ਤੇਰੀ ਹਜ਼ੂਰ ਦੇ ਵਿੱਚ ਆਪਣਾ ਮੂੰਹ ਖੋਲਦੇ ਰਹੀਏ ਖੁਦਾਵੰਦ, ਤੇਰੀ ਹਜ਼ੂਰ ਦੇ ਵਿੱਚ ਤੇਰੇ ਲਈ ਕੰਮ ਕਰਦੇ ਹੋਏ ਖੁਦਾਵੰਦ ਅਸੀਂ ਤੈਨੂੰ ਮਿਲੀਏ, ਤੂੰ ਸਾਨੂੰ ਇਸ ਦੁਨੀਆ ਤੋਂ ਆਪਣੇ ਕੰਮ ਕਰਦਿਆਂ ਨੂੰ ਲੈ ਕੇ ਜਾਏ ਖੁਦਾਵੰਦ। ਤੇਰੇ ਕੋਲ ਮੰਗ ਕੇ ਤੇਰੇ ਜ਼ਿੰਦਾ ਯਿਸੂ ਨਾਮ ਵਿੱਚ ਥੈਂਕ ਯੂ। ਕੁਲਵਿੰਦਰ ਕਿੰਦਰ ਜੈ ਮਸੀਹ ਦੀ, ਹਰ ਸ਼ੈ ਮਸੀਹ ਦੀ, ਤੁਸੀਂ ਤੇ ਮੈਂ ਮਸੀਹ ਦੀ। ਆਮੀਨ ਆਮੀਨ ਐਂਡ ਆਮੀਨ।